ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਕਿਰਪਾ ਕਰਹੁ ਦੀਨ ਕੇ ਦਾਤੇ ਮੇਰਾ ਗੁਣ ਅਵਗਣ ਨਾ ਵਿਚਾਰਹੁ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਤ ਏਹੀ। ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ। ਬਾਹੇ ਗਹੇ ਕੀ ਲਾਜ ਆਸ ਗੋਬਿੰਦ ਦਾਸ ਤੁਹਾਰ। ਯਗ ਅਰਜ ਗੁਫਤਮ ਪੇਸ਼ ਤੋ ਦਰ ਗੋਸ ਕੁਨ ਕਰਤਾਰ। ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ। ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ। ਆਪ ਲੇਹੁ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ। ਆਪ ਲੇਹੁ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਵਾਹਿਗੁਰੂ ਜੀਓ ਸਤ ਨਾਸਿਰੋ ਮਨਸੂਰ ਗੁਰੂ ਗੋਬਿੰਦ ਸਿੰਘ ਏਜ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਨਾਸਿਰੋ ਮਨਸੂਰ
ਏਸ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ। ਹੱਕ ਰਾਗੰਜੂਰ ਗੁਰੂ ਗੋਬਿੰਦ ਸਿੰਘ। ਜੁਮਲ ਹੈ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ। ਹੱਕ ਰਾਗੰਜੂਰ ਗੁਰੂ ਗੋਬਿੰਦ ਸਿੰਘ। ਜੁਮਲ ਹੈ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ। ਵਾਹਿਗੁਰੂ ਜੀਓ ਸਤ ਨਾ ਸਿਰੋ ਮਨਸੂਰ ਗੁਰੂ ਗੋਬਿੰਦ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਗੁਰ ਸੰਗਤ ਜੀਓ, ਆਪਾਂ ਸਰਬੱਤਰ ਗੁਰਸਿੱਖ ਮਾਈ ਭਾਈ ਸਤਿਗੁਰਾਂ ਦੀ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਨੂੰ ਪ੍ਰਾਪਤ ਕਰਦਿਆਂ ਹੋਇਆਂ ਸਤਿਗੁਰਾਂ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹਾਂ। ਦੀਨ ਦੁਨੀਆ ਦੇ ਮਾਲਕ ਗਰੀਬ ਨਿਵਾਜ ਜਿਸ ਨੂੰ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਨੇ ਇਹਨਾਂ ਸ਼ਬਦਾਂ ਦੇ ਨਾਲ ਬਿਆਨ ਕੀਤਾ ਹੈ ਕਿ ਹੱਕ ਹੱਕ ਆਗਾਹ ਗੁਰੂ ਗੋਬਿੰਦ ਸਿੰਘ, ਸ਼ਾਹੇ ਸ਼ਾਹਨਸ਼ਾਹ ਗੁਰੂ ਗੋਬਿੰਦ ਸਿੰਘ। ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਗੁਰਪੁਰਬ ਨੂੰ, ਅਵਤਾਰ ਦਿਹਾੜੇ ਨੂੰ ਮਨਾਉਣ ਦੇ ਲਈ ਆਪਾਂ ਗੁਰਸਿੱਖ ਸੰਗਤਾਂ ਇਕੱਤਰਿਤ ਹੋ ਰਹੇ ਹਾਂ। ਪਰਸੋਂ ਰੋਜ਼ ਤੋਂ ਲੈ ਕਰਕੇ ਜੋ ਪਾਵਨ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਏ ਗਏ ਸਨ, ਉਹਨਾਂ ਦੇ ਅੱਜ ਭੋਗਾਂ ਦਾ ਸਮਾਂ ਹੈ। ਪਾਵਨ ਅੰਮ੍ਰਿਤ ਵੇਲੇ ਤੋਂ ਜੋ ਦੀਵਾਨਾਂ ਦੀ ਪ੍ਰਾਰੰਭਤਾ ਹੋਈ ਹੈ, ਉਸ ਦੇ ਅੰਦਰ ਗੁਰੂ ਘਰ ਦੇ ਵਿਵੇਕੀ ਗੁਰਸਿੱਖਾਂ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਕੇ ਪਾਠ ਕੀਤੇ ਗਏ। ਉਸ ਤੋਂ ਉਪਰੰਤ ਗੁਰਮਰਿਆਦਾ ਦੇ ਅਨੁਸਾਰ ਰਾਗੀ ਸਹਿਬਾਨਾਂ ਨੇ ਸ੍ਰੀ ਆਸਾ ਜੀ ਕੀ ਵਾਰ ਦੇ ਔਰ ਬਸੰਤ ਕੀ ਵਾਰ ਦੇ ਜੋ ਪਾਵਨ ਰਸ ਭਿੰਨਾ ਕੀਰਤਨ ਸਾਡੇ ਗੁਰਸਿੱਖਾਂ ਤਾਈਂ ਸ਼ਰਵਣ ਕਰਵਾਉਣਾ ਕੀਤਾ ਹੈ। ਹੁਣ ਜੋ ਹਰ ਰੋਜ਼ ਦੀ ਮਰਿਆਦਾ ਦੇ ਅਨੁਸਾਰ ਪਾਵਨ ਪਵਿੱਤਰ ਗੁਰਬਾਣੀ ਦੀ ਜੋ ਕਥਾ ਵਿਚਾਰ ਹੁੰਦੀ ਹੈ, ਉਸ ਦੀ ਜਗ੍ਹਾ 'ਤੇ ਅੱਜ ਜੋ ਵਿਸ਼ੇਸ਼ ਦਿਹਾੜਾ ਮਨਾਉਣ ਕਰਕੇ ਜੋ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਨੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਉਸਤਤ ਕਰਦਿਆਂ ਹੋਇਆਂ, ਪ੍ਰੇਮ ਦੇ ਵਿੱਚ ਭਿੰਨਿਆਂ ਹੋਇਆਂ, ਜੋ ਪਾਵਨ ਆਪਣੀ ਰਸਨਾ ਤੋਂ ਆਪਣੀ ਕਲਮ ਤੋਂ ਬਚਨ ਲਿਖੇ, ਕਿਉਂਕਿ ਇਹ ਜਿਹੜੇ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਸਨ, ਇਹ ਅਰਬੀ ਫਾਰਸੀ ਦੇ ਬੜੇ ਵੱਡੇ ਆਲਮ ਫਾਜ਼ਲ ਸਨ। ਇਹਨਾਂ ਨੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਉਸਤਤੀ ਦੇ ਵਿੱਚ ਤਕਰੀਬਨ 7 ਗ੍ਰੰਥ ਲਿਖ ਕਰਕੇ ਗੁਰਸਿੱਖਾਂ ਦੀ ਝੋਲੀ ਪਾਏ। ਉਹਨਾਂ ਦੇ ਵਿੱਚੋਂ ਇੱਕ ਗ੍ਰੰਥ ਦਾ ਨਾਮ ਹੈ ਗੰਜਨਾਮਾ ਹੈ, ਜਿਸ ਦੇ ਅੰਦਰ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕਰਕੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੱਕ ਜੋ ਉਸਤਤੀ ਦੇ ਬਚਨ ਹਨ, ਉਹਨਾਂ ਨੂੰ ਲਿਖਣਾ ਕੀਤਾ ਹੈ।
ਤੇ ਇਸ ਲਈ ਅਖੀਰ ਅੰਦਰ ਭਾਈ ਨੰਦ ਲਾਲ ਸਾਹਿਬ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੋ ਉਸਤਤੀ ਦੇ ਬਚਨ ਲਿਖੇ ਹਨ, ਉਹਨਾਂ ਨੂੰ ਆਪਾਂ ਗੁਰਸਿੱਖ ਸੰਗਤਾਂ ਨੇ ਰਲ ਮਿਲ ਕਰਕੇ ਵਿਚਾਰਨ ਦਾ ਯਤਨ ਕਰਨਾ ਹੈ। ਪਰ ਉਸ ਤੋਂ ਪਹਿਲਾਂ ਇਹ ਜੋ ਆਵਾਜ਼ ਹੈ ਇਹਨੂੰ ਸੈੱਟ ਕਰ ਦਿੱਤਾ ਜਾਵੇ, ਕਿਉਂਕਿ ਜਿੰਨਾ ਚਿਰ ਪ੍ਰਚਾਰਕ ਨੂੰ ਆਪਦੀ ਆਵਾਜ਼ ਪੂਰੀ ਨਾ ਸੁਣੇ ਕਥਾ ਨਹੀਂ ਹੋ ਸਕਦੀ। ਇਸ ਲਈ ਉਹਨਾਂ ਨੂੰ ਬੇਨਤੀ ਹੈ ਕਿ ਆਵਾਜ਼ ਜਾਂ ਸਪੀਕਰ ਜਿਹੜਾ ਮਾਈਕ ਹੈ ਇਸ ਨੂੰ ਬਦਲ ਦਿੱਤਾ ਜਾਵੇ। ਤੇ ਇਸ ਲਈ ਭਾਈ ਨੰਦ ਲਾਲ ਸਾਹਿਬ ਜੀ ਨੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਰੱਜ ਰੱਜ ਕਰਕੇ ਮਹਿਮਾ ਕੀਤੀ ਹੈ। ਇਹ ਭਾਈ ਨੰਦ ਲਾਲ ਸਾਹਿਬ ਜੀ ਪਹਿਲਾਂ ਔਰੰਗਜ਼ੇਬ ਦੇ ਕੋਲ ਇੱਕ ਮੁਨਸ਼ੀ ਦੀ ਜਿਹੜੀ ਡਿਊਟੀ ਹੈ ਉਹ ਨਿਭਾਇਆ ਕਰਦੇ ਸਨ। ਸਮਾਂ ਪਾ ਕੇ ਇੱਕ ਦਿਨ ਐਸਾ ਹੋਇਆ ਕਿ ਔਰੰਗਜ਼ੇਬ ਦੇ ਦਰਬਾਰ ਲੱਗਾ ਹੋਇਆ ਸੀ ਤੇ ਇੱਕ ਕਿਤਿਓਂ ਚਿੱਠੀ ਆਈ ਤੇ ਚਿੱਠੀ ਵਿੱਚ ਪਾਕੇ ਕੁਰਾਨ ਦੇ ਜਿਹੜੇ ਬਚਨ ਸਨ ਉਹ ਲਿਖੇ ਹੋਏ ਸਨ। ਤੇ ਔਰੰਗਜ਼ੇਬ ਨੇ ਆਪਣੇ ਜਿੰਨੇ ਵੀ ਉਸ ਦੇ ਮੌਲਵੀ ਸਨ, ਕਾਜੀ ਸਨ, ਉਹਨਾਂ ਦੇ ਕੋਲੋਂ ਉਸ ਬਚਨਾਂ ਦੇ ਅਰਥ ਕਰਾਉਣਾ ਚਾਹੇ, ਪਰ ਕਿਸੇ ਵੀ ਵਿਦਵਾਨ ਦੇ ਕੋਲੋਂ ਕੁਰਾਨ ਦੇ ਜਿਹੜੇ ਅਰਥ ਨਾ ਹੋਏ। ਔਰੰਗਜ਼ੇਬ ਨੇ ਆਪਣੇ ਪੁੱਤਰ ਨੂੰ ਇਹ ਗੱਲ ਆਖੀ ਕਿ ਪੁੱਤਰ ਤੂੰ ਇਸ ਦੇ ਅਰਥ ਕਰਕੇ ਸੁਣਾਉਣਾ ਕਰ। ਤੇ ਉਸ ਵੇਲੇ ਬਹਾਦਰ ਸ਼ਾਹ ਨੇ ਆਖਿਆ ਕਿ ਮੈਨੂੰ ਥੋੜਾ ਜਿਹਾ ਸਮਾਂ ਦੇਵੋ, ਮੈਂ ਥੋੜੇ ਜਿਹੇ ਸਮੇਂ ਬਾਅਦ, ਇੱਕ ਹਫ਼ਤੇ ਬਾਅਦ ਇਸ ਕੁਰਾਨ ਦੀਆਂ ਜਿਹੜੀਆਂ ਆਇਤਾਂ ਨੇ ਇਸ ਦੇ ਅਰਥ ਤੁਹਾਡੇ ਤੱਕ ਕਰਕੇ ਸੁਣਾ ਦੇਵਾਂਗਾ। ਤਾਂ ਉਸ ਤੋਂ ਬਾਅਦ ਇੱਕ ਹਫ਼ਤੇ ਦਾ ਸਮਾਂ ਬਹਾਦਰ ਸ਼ਾਹ ਨੇ ਮੰਗਿਆ। ਇੱਕ ਹਫ਼ਤੇ ਬਾਅਦ ਫਿਰ ਦਰਬਾਰ ਲੱਗਿਆ ਤੇ ਬਹਾਦਰ ਸ਼ਾਹ ਨੇ ਕੁਰਾਨ ਦੇ ਜਿਹੜੇ ਅਰਥ ਸਨ ਉਸ ਨੂੰ ਕਰਕੇ ਸੁਣਾਇਆ। ਤੇ ਔਰੰਗਜ਼ੇਬ ਸੁਣ ਕੇ ਬੜਾ ਹੈਰਾਨ ਹੋਇਆ ਕਿ ਪੁੱਤਰ ਇਹ ਅਰਥ ਤੂੰ ਕੀਤੇ ਨੇ? ਤਾਂ ਉਸ ਵੇਲੇ ਬਹਾਦਰ ਸ਼ਾਹ ਆਖਣ ਲੱਗਾ ਕਿ ਹਾਂ ਪਿਤਾ ਜੀ ਮੈਂ ਕੀਤੇ ਨੇ। ਪਰ ਔਰੰਗਜ਼ੇਬ ਪਿਤਾ ਹੋਣ ਦੇ ਕਰਕੇ ਉਸ ਨੂੰ ਆਪਣੇ ਪੁੱਤਰ ਦਾ ਪਤਾ ਹੁੰਦਾ ਹੈ। ਕਹਿੰਦਾ ਕਿ ਇਹ ਤੂੰ ਅਰਥ ਨਹੀਂ ਕਰਕੇ ਸੁਣਾ ਸਕਦਾ, ਤੂੰ ਇੰਨਾ ਜੋਗਾ ਨਹੀਂ। ਤੂੰ ਦੱਸ ਇਹ ਅਰਥ ਕਿਸ ਨੇ ਕਰਕੇ ਸੁਣਾਏ ਨੇ? ਤਾਂ ਉਸ ਵੇਲੇ ਬਹਾਦਰ ਸ਼ਾਹ ਨੇ ਆਖਿਆ ਕਿ ਮੇਰੇ ਜਿਹੜੇ ਵਿਦਿਆ ਗੁਰੂ ਹਨ, ਜਿਹੜੇ ਮੈਨੂੰ ਵਿਦਿਆ ਪੜ੍ਹਾਉਂਦੇ ਨੇ, ਭਾਈ ਨੰਦ ਲਾਲ ਜੀ, ਇਹ ਉਹਨਾਂ ਨੇ ਅਰਥ ਕਰਕੇ ਸੁਣਾਏ ਨੇ। ਤੇ ਜਦੋਂ ਔਰੰਗਜ਼ੇਬ ਨੇ ਸੁਣਿਆ ਕਿ ਇੱਕ ਹਿੰਦੂ ਹੋਣ ਦੇ ਨਾਤੇ ਜਿਹੜਾ ਭਾਈ ਨੰਦ ਲਾਲ ਹੈ ਉਹ ਇੰਨੀ ਵਿਦਿਆ ਕਿੱਥੋਂ ਹਾਸਲ ਕਰ ਗਿਆ, ਇੰਨੀ ਪੜ੍ਹਿਆ ਲਿਖਿਆ ਵਿਦਿਆ ਵਾਲਾ ਤੇ ਮੁਸਲਮਾਨਾਂ ਦੇ ਵਿੱਚ ਹੋਣਾ ਚਾਹੀਦਾ ਹੈ, ਇਹ ਹਿੰਦੂਆਂ ਦੇ ਵਿੱਚ ਕਿਵੇਂ ਪੈਦਾ ਹੋਇਆ? ਬੜੀ ਮਨ ਦੇ ਵਿੱਚ ਈਰਖਾ ਔਰੰਗਜ਼ੇਬ ਦੇ ਆਈ ਤੇ ਉਸ ਨੇ ਫਤਵਾ ਜਾਰੀ ਕਰ ਦਿੱਤਾ ਕਿ ਭਾਈ ਨੰਦ ਲਾਲ ਜੀ ਜਾਂ ਤਾਂ ਮੁਸਲਮਾਨੀ ਧਰਮ ਧਾਰਨ ਕਰ ਲਵੋ, ਨਹੀਂ ਤੇ ਤੁਹਾਡਾ ਜਿਹੜਾ ਸਿਰ ਹੈ ਉਸ ਨੂੰ ਕਲਮ ਕਰ ਦਿੱਤਾ ਜਾਵੇਗਾ। ਭਾਈ ਨੰਦ ਲਾਲ ਦੇ ਮਨ ਦੇ ਅੰਦਰ ਬੜੀ ਚਿੰਤਾ ਆਈ। ਮੁਖੜੇ ਦੇ ਉੱਪਰ ਜਿੱਥੇ ਨੂਰ ਸੀ ਉੱਥੇ ਪਸੀਨੇ ਛੁੱਟਣੇ ਸ਼ੁਰੂ ਹੋ ਗਏ, ਕਿਉਂਕਿ ਜਿਹੜੀ ਮੌਤ ਹੈ ਇਹ ਬੜਿਆਂ ਬੜਿਆਂ ਦਾ ਜਿਹੜਾ ਵਜੂਦ ਹੈ ਉਸ ਨੂੰ ਗਵਾ ਦਿੰਦੀ ਹੈ। ਤੇ ਭਾਈ ਨੰਦ ਲਾਲ ਜੀ ਵਿਚਾਰਦੇ ਨੇ ਕਿ ਹੁਣ ਕੀ ਕੀਤਾ ਜਾਵੇ। ਤਾਂ ਉਸ ਵੇਲੇ ਬਹਾਦਰ ਸ਼ਾਹ ਨੂੰ ਨਾਲ ਸਲਾਹ ਕਰਦਿਆਂ ਹੋਇਆਂ ਇਹ ਗੱਲ ਦਾ ਨਿਰਣਾ ਹੋਇਆ ਕਿ ਜੇ ਭਾਈ ਨੰਦ ਲਾਲ ਤੇਰੀ ਕੋਈ ਜਾਨ ਬਚਾ ਸਕਦਾ ਹੈ ਤੇ ਉਹ ਦੁਨੀਆ ਦੇ ਵਿੱਚੋਂ ਇੱਕੋ ਇੱਕ ਹੁਣ ਮਨੁੱਖ ਸ਼ਖਸ ਹੈ, ਉਹ ਹਨ ਧੰਨ ਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ।
ਤੂੰ ਜਾ ਜਾ ਕੇ ਉਹਨਾਂ ਦੀ ਸ਼ਰਨ ਵਿੱਚ ਪੈ ਜਾ, ਤੇਰੀ ਫਿਰ ਜਾਨ ਬਚ ਸਕਦੀ ਹੈ। ਇਸੇ ਪ੍ਰਕਾਰ ਭਾਈ ਨੰਦ ਲਾਲ ਸਾਹਿਬ ਜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚਦੇ ਹਨ। ਮਨ ਦੇ ਅੰਦਰ ਬੜਾ ਦੁੱਖ ਵੀ ਹੈ ਔਰ ਪ੍ਰੇਮ ਵੀ ਹੈ ਕਿ ਇੱਕੋ ਇੱਕ ਜਹਾਨ ਤੇ ਬਚਿਆ ਹੈ, ਇਹ ਗੁਰੂ ਹੈ ਜਿਸ ਨੇ ਮੇਰੀ ਰੱਖਿਆ ਕੀਤੀ ਹੈ। ਤੇ ਭਾਈ ਨੰਦ ਲਾਲ ਸਾਹਿਬ ਜੀ ਨੇ ਵੀ ਉੱਥੇ ਰਹਿ ਕਰਕੇ ਬੜੇ ਭਾਵਨਾ ਦੇ ਨਾਲ ਸੇਵਾ ਕੀਤੀ ਔਰ ਨਾਲ ਭਾਈ ਨੰਦ ਲਾਲ ਸਾਹਿਬ ਜੀ ਦੀ ਜਿਹੜੀ ਡਿਊਟੀ ਹੈ ਉਹ ਗੁਰਸਿੱਖਾਂ ਨੂੰ ਜਿਹੜੀ ਅਰਬੀ ਔਰ ਫਾਰਸੀ ਦੀ ਜਿਹੜੀ ਵਿੱਦਿਆ ਹੈ ਉਹ ਪੜ੍ਹਾਉਣ ਦੇ ਵਿੱਚ ਲਾਈ ਗਈ। ਤੇ ਉਹ ਜਿਹੜੇ ਬਚਨ ਲਿਖੇ ਸਨ ਉਹੀ ਆਪਾਂ ਅੱਜ ਇਸ ਮੌਕੇ ਵਿਚਾਰਨ ਦਾ ਯਤਨ ਕਰਨਾ ਹੈ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਅਸਲ ਵਿੱਚ ਜੀਵਨ ਹੈ ਕਿਸ ਤਰ੍ਹਾਂ ਦਾ ਸੀ। ਕਿਉਂਕਿ ਆਮ ਕਰਕੇ ਆਪਾਂ ਰਾਗੀ ਸਿੰਘਾਂ ਦੀ ਰਚਨਾ ਤੋਂ ਔਰ ਪ੍ਰਚਾਰਕ ਗੁਰਸਿੱਖਾਂ ਦੀ ਰਚਨਾ ਤੋਂ ਬੜੀਆਂ ਐਸੀਆਂ ਪੰਕਤੀਆਂ ਸੁਣਦੇ ਰਹਿੰਦੇ ਹਾਂ ਜਿਨ੍ਹਾਂ ਆਪਾਂ ਨੂੰ ਅਰਥ ਪਤਾ ਹੀ ਨਹੀਂ ਹੁੰਦੇ। ਜਿਵੇਂ ਇੱਕ ਆਮ ਹੀ ਇਹ ਤਾਂ ਵਿਸ਼ੇਸ਼ ਕਰਕੇ ਹੀ ਪੰਕਤੀ ਪੜ੍ਹੀ ਹੀ ਜਾਂਦੀ ਹੈ ਕਿ ਹੱਕ ਹੱਕ ਆਗਾਹ ਗੁਰੂ ਗੋਬਿੰਦ ਸਿੰਘ, ਪਰ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਵਿਵੇਕ ਬੁੱਧੀ ਦੇ ਅਨੁਸਾਰ ਇਹਨਾਂ ਬਚਨਾਂ ਦੇ ਆਪਾਂ ਅਰਥ ਕਰਨ ਦਾ ਯਤਨ ਕਰਨਾ ਹੈ। ਸੋ ਜਿਸ ਪ੍ਰਕਾਰ ਭਾਈ ਨੰਦ ਲਾਲ ਸਾਹਿਬ ਜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਉਸਤਤੀ ਦੇ ਜੋ ਬਚਨ ਲਿਖ ਰਹੇ ਹਨ, ਮਨ ਚਿਤ ਲਾ ਕੇ ਸ਼ਰਵਣ ਕਰਨਾ ਕਰੀਏ ਜੀ। ਵਾਹਿਗੁਰੂ ਜੀਓ ਸਤ। ਭਾਈ ਨੰਦ ਲਾਲ ਸਾਹਿਬ ਜੀ ਬਚਨ ਉਚਾਰਦੇ ਹਨ। ਜਦੋਂ ਇਹ ਗ੍ਰੰਥ ਲਿਖ ਕਰਕੇ ਭਾਈ ਨੰਦ ਲਾਲ ਸਾਹਿਬ ਜੀ ਨੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਹਜ਼ੂਰੀ ਦੇ ਵਿੱਚ ਭੇਟ ਕੀਤੇ ਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਇਹਨਾਂ ਗ੍ਰੰਥਾਂ ਨੂੰ ਪੜ੍ਹਿਆ ਤੇ ਜਿੱਥੇ ਵਾਹਿਗੁਰੂ ਜੀਓ ਸਤ ਲਿਖਿਆ ਹੋਇਆ ਹੈ ਉੱਥੇ ਲਿਖਿਆ ਸੀਗਾ ਸ੍ਰੀ ਗੁਰੂ ਗੋਬਿੰਦ ਸਿੰਘ ਸਤ ਜੀਓ। ਸਤਿਗੁਰੂ ਜੀ ਕਹਿਣ ਲੱਗੇ ਕਿ ਭਾਈ ਨੰਦ ਲਾਲ ਜੀ ਇਹ ਇੱਦਾਂ ਬਚਨ ਕਿਉਂ ਲਿਖੇ ਹਨ। ਸदैवी ਕਾਲ ਰਹਿਣ ਵਾਲਾ ਇੱਕੋ ਇੱਕ ਵਾਹਿਗੁਰੂ ਹੈ। ਆਪਣਾ ਨਾਮ ਕੱਟ ਕਰਕੇ ਸਤਿਗੁਰਾਂ ਨੇ ਇੱਥੇ ਲਿਖਿਆ ਵਾਹਿਗੁਰੂ ਜੀਓ ਸਤ। ਜੀਓ ਜਿਹੜਾ ਹੈ ਇਹ ਸਤਿਕਾਰਕ ਬੋਧਕ ਹੈ ਕਿ ਜਿਹੜਾ ਵਾਹਿਗੁਰੂ ਪਰਮੇਸ਼ਰ ਹੈ ਉਹੀ ਸदैवी ਕਾਲ ਰਹਿਣ ਵਾਲਾ ਹੈ, ਜਿਹਨੂੰ ਗੁਰਬਾਣੀ ਦੇ ਅੰਦਰ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਇਹਨਾਂ ਗੁਣਾਂ ਦੇ ਨਾਲ ਸੰਬੋਧਨ ਕੀਤਾ ਜਾਂਦਾ ਹੈ। ਜਾਂ ਐਸਾ ਪਰਮੇਸ਼ਰ ਹੈ ਸਾਹਿਬ ਮੇਰਾ ਏਕੋ ਹੈ ਭਾਈ ਏਕੋ ਹੈ, ਨਾ ਘਾਟ ਹੈ ਨਾ ਬਾੜ ਹੈ ਨਾ ਘਾਟ ਬਾੜ ਹੋਤ ਹੈ। ਐਸਾ ਜਿਹੜਾ ਪਰਮੇਸ਼ਰ ਹੈ ਉਹ ਹੈ ਵਾਹਿਗੁਰੂ ਜੀਓ ਸਤ। ਅੱਗੇ ਭਾਈ ਨੰਦ ਲਾਲ ਸਾਹਿਬ ਜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਉਸਤਤੀ ਦੇ ਬਚਨ ਲਿਖਣਾ ਕਰਦੇ ਹਨ। ਨਾਸਿਰੋ ਮਨਸੂਰ ਗੁਰ ਗੋਬਿੰਦ ਸਿੰਘ। ਭਾਈ ਨੰਦ ਲਾਲ ਜੀ ਆਖਦੇ ਹਨ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹੈ ਕੈਸੇ ਨੇ। ਕਿਉਂਕਿ ਜਦੋਂ ਆਪਾਂ ਸਤਿਗੁਰਾਂ ਦਾ ਪਾਵਨ ਪਵਿੱਤਰ ਜੀਵਨ ਪੜ੍ਹ ਕੇ ਵੇਖਦੇ ਹਾਂ ਤੇ ਜੀਵਨ ਦੇ ਵਿੱਚੋਂ ਐਸਾ ਕੋਈ ਵੀ ਪਾਤਰ ਨਹੀਂ ਜਿਹੜਾ ਸਤਿਗੁਰਾਂ ਦੇ ਉੱਪਰ ਢੁਕਦਾ ਨਾ ਹੋਵੇ। ਜਦੋਂ ਆਪਾਂ ਗੱਲ ਵਿਦਿਆ ਦੀ ਕਰਦੇ ਹਾਂ ਤੇ ਵਿਦਿਆ ਦੇ ਵਿੱਚ ਵੀ ਐਸੇ ਗੁਰੂ ਸਾਹਿਬਾਨ ਜੀ ਹਨ ਕਿ ਜਿਨ੍ਹਾਂ ਨੇ ਤਕਰੀਬਨ 3 ਗ੍ਰੰਥ ਲਿਖ ਕਰਕੇ ਸਾਡੀ ਝੋਲੀ ਦੇ ਵਿੱਚ ਪਾਏ ਨੇ।
ਤੇ ਵਿਦਿਆ ਦੇ ਧਨੀ ਵੀ ਐਸੇ ਨੇ, ਜਿਵੇਂ ਆਪਾਂ ਅੰਮ੍ਰਿਤ ਵੇਲੇ ਦੀ ਜਿਹੜੀ ਬਾਣੀ ਸ੍ਰੀ ਜਾਪ ਸਾਹਿਬ ਹੈ, ਉਹਦੇ ਵਿੱਚ ਆਪਾਂ ਬਚਨ ਪੜ੍ਹਦੇ ਹਾਂ ਕਿ ਜਾਹਰ ਜ਼ਹੂਰ ਹੈ। ਇਹ ਜਾਹਰ ਜ਼ਹੂਰ ਜਿਹੜਾ ਸ਼ਬਦ ਹੈ, ਇਹ ਪੰਕਤੀ ਹੈ, ਬਹੁਤ ਛੋਟੀ ਪੰਕਤੀ ਹੈ, ਪਰ ਸਤਿਗੁਰਾਂ ਦੀ ਵਿਦਿਆ ਦੇਖੋ ਕਿਤਨੀ ਕੁ ਕਮਾਲ ਦੀ ਹੈ ਕਿ ਇਸ ਨਿੱਕੀ ਜਿਹੀ ਪੰਕਤੀ ਦੇ ਵਿੱਚ ਵੀ 3 ਭਾਸ਼ਾ ਲਿਖ ਦਿੱਤੀਆਂ। ਉਹ ਕਿਹੜੀਆਂ ਕਿਹੜੀਆਂ ਭਾਸ਼ਾ ਹਨ? ਇੱਕ ਹੈ ਕਿ ਜਾਹਰ ਜ਼ਹੂਰ ਹੈ, ਜਿਹੜਾ ਕੇ ਸ਼ਬਦ ਹੈ ਇਹ ਹੈ ਅਰਬੀ ਦਾ, ਤੇ ਜਾਹਰ ਜ਼ਹੂਰ ਇਹ 2 ਸ਼ਬਦ ਨੇ ਫਾਰਸੀ ਦੇ, ਔਰ ਜਿਹੜਾ ਚੌਥਾ ਸ਼ਬਦ ਹੈ ਇਹ ਹੈ ਹਿੰਦੀ ਦਾ। ਤੇ ਸਤਿਗੁਰੂ ਜੀ ਆਖਦੇ ਨੇ ਕਿ ਜਾਹਰ ਜ਼ਹੂਰ ਹੈ। ਕੇ ਦਾ ਅਰਥ ਹੁੰਦਾ ਹੈ ਜੋ, ਕਿ ਜੋ ਜਿਹੜਾ ਪਰਮੇਸ਼ਰ ਵਾਹਿਗੁਰੂ ਹੈ ਉਹ ਜਾਹਰ ਜ਼ਹੂਰ ਹੈ। ਇਸ ਸੰਸਾਰ ਦੇ ਵਿੱਚ ਉਸ ਦਾ ਨੂਰ ਜਿਹੜਾ ਹੈ ਉਹ ਹਮੇਸ਼ਾ ਰਹਿਣ ਵਾਲਾ ਹੈ। ਇਸ ਪ੍ਰਕਾਰ ਸਤਿਗੁਰੂ ਜੀ ਜਦੋਂ ਵਿਦਿਆ ਦੀ ਆਪਾਂ ਗੱਲ ਕਰਦੇ ਹਾਂ ਤੇ ਸਾਰਿਆਂ ਦੇ ਨਾਲੋਂ ਜੇ ਕੋਈ ਵਿਦਿਆ ਦੇ ਵਿੱਚ ਧਨੀ ਹੈ ਤਾਂ ਉਹ ਹਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ। ਕਿਉਂਕਿ ਜਦੋਂ ਆਦਿ ਕਾਲ ਤੋਂ ਲੈ ਕਰਕੇ ਜਿੰਨੇ ਵੀ ਸੂਰਬੀਰੇ ਯੋਧੇ ਹੋਏ ਨੇ, ਉਹਨਾਂ ਨੇ ਤਲਵਾਰ ਦੇ ਨਾਲ ਦੁਸ਼ਮਣਾਂ ਨੂੰ ਮਾਰਿਆ ਹੈ, ਪਰ ਉਹਨਾਂ ਦੇ ਵਿੱਚੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਐਸੇ ਹਨ ਜਿਨ੍ਹਾਂ ਨੇ ਕਲਮ ਦੇ ਨਾਲ ਵੀ ਦੁਸ਼ਮਣਾਂ ਨੂੰ ਮੌਤ ਦੇ ਘਾਟ ਉਤਾਰਿਆ। ਜਿਹੜਾ ਆਪਾਂ ਸ੍ਰੀ ਦਸਮ ਗ੍ਰੰਥ ਵਿੱਚ ਜੋ ਜ਼ਫਰਨਾਮਾ ਹੈ ਪੜ੍ਹਦੇ ਹਾਂ, ਇਹ ਵੀ ਇੱਕ ਚਿੱਠੀ ਰੂਪ ਦੇ ਅੰਦਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਔਰੰਗਜ਼ੇਬ ਨੂੰ ਭੇਜਿਆ ਸੀ। ਤੇ ਇਸ ਜ਼ਫਰਨਾਮੇ ਸਾਹਿਬ ਨੂੰ ਪੜ੍ਹਨ ਦੇ ਕਰਕੇ ਹੀ ਔਰੰਗਜ਼ੇਬ ਨੂੰ ਇੰਨਾ ਪਛਤਾਵਾ ਹੋਇਆ ਕਿ ਉਸ ਦੀ ਮੌਤ ਹੋ ਗਈ। ਇਸ ਪ੍ਰਕਾਰ ਜਦੋਂ ਅਸੀਂ ਗੱਲ ਸੂਰਬੀਰ ਯੋਧਿਆਂ ਦੀ ਕਰਦੇ ਹਾਂ ਤੇ ਉਦੋਂ ਵੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਨਾਮ ਅਵਲ ਦਰਜੇ ਦੇ ਵਿੱਚ ਲਿਆ ਜਾਂਦਾ ਹੈ। ਜਿਵੇਂ ਇੱਕ ਵਾਰ ਸ੍ਰੀ ਅਨੰਦਪੁਰ ਸਾਹਿਬ ਦੀ ਘਟਨਾ ਹੈ, ਜਦੋਂ ਮੁਗਲਾਂ ਨੇ ਘੇਰਾ ਪਾਇਆ, ਸਤਿਗੁਰਾਂ ਨੇ ਇੱਕ ਭੱਥੇ ਦੇ ਵਿੱਚੋਂ ਐਸਾ ਤੀਰ ਛੱਡਿਆ ਕਿ ਜਿਹੜਾ 10,000 ਫੌਜਾਂ ਦੇ ਵਿੱਚੋਂ ਲੰਘ ਕਰਕੇ ਪਾਰ ਹੋ ਗਿਆ। ਤੇ ਇਤਿਹਾਸ ਵਿੱਚ ਬਚਨ ਆਉਂਦੇ ਨੇ ਕਿ ਤੀਰ ਦੀ ਜਿਹੜੀ ਗਤੀ ਇਤਨੀ ਕੁ ਤੇਜ਼ ਸੀ ਕਿ ਉਹ ਸਰੀਰਾਂ ਦੇ ਵਿੱਚੋਂ ਤਾਂ ਲੰਘਿਆ, ਪਰ ਤੀਰ ਨੂੰ ਕਿਸੇ ਦਾ ਵੀ ਖੂਨ ਨਹੀਂ ਲੱਗਿਆ। ਇਸ ਪ੍ਰਕਾਰ ਉਹਨਾਂ ਦੀ ਜਿਹੜੀ ਯੁੱਧ ਨੀਤੀ ਹੈ ਉਹ ਵੀ ਬੇਕਮਾਲ ਹੈ। ਬੜੀ ਅਸਰਦਾਰ ਉਹਨਾਂ ਦੀ ਯੁੱਧ ਨੀਤੀ ਸੀ ਕਿ ਸਾਡਾ ਵੀ ਨੁਕਸਾਨ ਨਾ ਹੋਵੇ ਤੇ ਜਿੱਤ ਵੀ ਹਾਸਲ ਹੋਵੇ। ਜਿਵੇਂ ਇਤਿਹਾਸ ਦੇ ਅੰਦਰ ਆਪਾਂ ਇਹ ਬਚਨ ਪੜ੍ਹਦੇ ਹਾਂ ਕਿ ਇੱਕ ਵਾਰ ਐਸਾ ਹੋਇਆ ਕਿ ਜਿਹੜੇ ਗੁਰਸਿੱਖ ਲੜਦੇ ਲੜਦੇ ਬਹੁਤ ਘੱਟ ਰਹਿ ਗਏ ਤੇ ਗੁਰਸਿੱਖਾਂ ਨੇ ਸੋਚਿਆ ਕਿ ਹੁਣ ਕੀ ਕੀਤਾ ਜਾਵੇ। ਗੁਰਸਿੱਖਾਂ ਨੇ ਜਿਹੜੇ ਆਪਣੇ ਵੱਡੇ ਵੱਡੇ ਚਾਦਰੇ ਸਨ, ਉਹਨਾਂ ਨੂੰ ਝਾੜੀਆਂ ਦੇ ਉੱਪਰ ਪਾ ਕਰਕੇ ਉਸ ਦੀ ਢਾਹ ਲਈ ਤੇ ਮਗਰ ਖਲੋ ਕਰਕੇ ਉੱਚੀ ਉੱਚੀ ਜੈਕਾਰੇ ਲਾਏ। ਸਾਹਮਣੇ ਵਾਲੇ ਦੁਸ਼ਮਣਾਂ ਨੂੰ ਇੱਦਾਂ ਜਾਪਿਆ ਕਿ ਜਿਵੇਂ ਗੁਰਸਿੱਖਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ, ਕਿਉਂਕਿ ਆਵਾਜ਼ ਜਦੋਂ ਇਕੱਠੀ ਬੋਲਦੇ ਸਨ ਗੂੰਜਦੀ ਸੀ। ਸੋ ਇਸ ਪ੍ਰਕਾਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਨਾਮ ਯੋਧੇ ਸੂਰਬੀਰਾਂ ਦੇ ਵਿੱਚੋਂ ਸਭ ਤੋਂ ਅਵਲ ਦਰਜੇ ਦੇ ਵਿੱਚ ਲਿਆ ਜਾਂਦਾ ਹੈ। ਸਤਿਗੁਰੂ ਜੀ ਦਾ ਜਦੋਂ ਨਾਮ ਧਨੀ ਮਨੁੱਖਾਂ ਦੇ ਵਿੱਚੋਂ ਲਿਆ ਜਾਂਦਾ ਹੈ ਤੇ ਸਤਿਗੁਰੂ ਜੀ ਰਾਜਿਆਂ ਦੇ ਰਾਜੇ ਹਨ। ਔਰ ਇਸੇ ਪ੍ਰਕਾਰ ਜਦੋਂ ਦਇਆਵਾਨ ਦਾਨੀਆਂ ਦੇ ਵਿੱਚੋਂ ਨਾਮ ਲਿਆ ਜਾਂਦਾ ਹੈ
ਤਾਂ ਉਦੋਂ ਹੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਨਾਮ ਸਭ ਤੋਂ ਅਵਲ ਦਰਜੇ ਦੇ ਵਿੱਚ ਆਉਂਦਾ ਹੈ। ਭਾਈ ਨੰਦ ਲਾਲ ਸਾਹਿਬ ਜੀ ਲਿਖਦੇ ਹਨ ਕਿ ਨਾਸਿਰੋ ਮਨਸੂਰ ਗੁਰ ਗੋਬਿੰਦ ਸਿੰਘ, ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹੈ ਕੈਸੇ ਨੇ ਕਿ ਜਿਹੜੇ ਨਾਸਿਰੋ, ਜਿਹੜੇ ਮਦਦ ਦੇਣ ਵਾਲੇ ਨੇ, ਔਰ ਮਨਜ਼ੂਰ, ਜਿਹੜੇ ਮਦਦ ਲੈਣ ਵਾਲੇ ਨੇ। ਦੋਨਾਂ ਵਿੱਚ ਕੌਣ ਵਰਤ ਰਿਹਾ ਹੈ? ਉਹ ਹਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ। ਜਦੋਂ ਅਸੀਂ ਇਤਿਹਾਸ ਨੂੰ ਪੜ੍ਹ ਕੇ ਵਾਚ ਕੇ ਵੇਖਦੇ ਹਾਂ ਤੇ ਇਤਿਹਾਸ ਵਿੱਚੋਂ ਸਾਨੂੰ ਇਹ ਪ੍ਰਮਾਣ ਮਿਲਦੇ ਹਨ ਕਿ ਇੱਕ ਵਾਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਵੱਖਰੋ ਵੱਖਰੇ ਗੁਰਸਿੱਖਾਂ ਦੀ ਡਿਊਟੀ ਲਾ ਦਿੱਤੀ ਗਈ ਸਥਾਨਾਂ ਦੇ ਉੱਪਰ ਲੰਗਰ ਚਲਾਉਣ ਦੀ। ਤੇ ਇੱਕ ਵਾਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਗੁਰਸਿੱਖਾਂ ਨੂੰ ਪੁੱਛਿਆ ਕਿ ਭਾਈ ਗੁਰਸਿੱਖੋ, ਜੋ ਲੰਗਰ ਦੀ ਡਿਊਟੀ ਹੈ ਤੁਸੀਂ ਚੰਗੀ ਤਰ੍ਹਾਂ ਨਿਭਾ ਰਹੇ ਹੋ ਜਾਂ ਨਹੀਂ? ਤਾਂ ਸਾਰੇ ਗੁਰਸਿੱਖਾਂ ਨੇ ਆਖਿਆ ਕਿ ਹਾਂਜੀ ਸਤਿਗੁਰੂ ਜੀ, ਅਸੀਂ ਤੁਹਾਡੀ ਲਾਈ ਹੋਈ ਜਿੰਨੀ ਵੀ ਆਗਿਆ ਹੈ ਉਸ ਨੂੰ ਮੰਨ ਕਰਕੇ ਸਾਡੇ ਲੰਗਰਾਂ ਦੇ ਵਿੱਚੋਂ ਕੋਈ ਵੀ ਭੁੱਖਾ ਨਹੀਂ ਜਾਂਦਾ। ਤੇ ਭਾਈ ਨੰਦ ਲਾਲ ਸਾਹਿਬ ਜੀ ਨੂੰ ਵੀ ਪੁੱਛਿਆ ਗਿਆ ਕਿ ਭਾਈ ਨੰਦ ਲਾਲ ਸਾਹਿਬ ਜੀ, ਤੁਹਾਡਾ ਲੰਗਰ ਕਿਵੇਂ ਚੱਲਦਾ ਹੈ? ਜਿਹੜਾ ਸ਼ਹੀਦੀ ਬਾਗ ਗੁਰਦੁਆਰਾ ਹੈ, ਇਸ ਜਗ੍ਹਾ ਦੇ ਉੱਪਰ ਭਾਈ ਨੰਦ ਲਾਲ ਸਾਹਿਬ ਜੀ ਦੀ ਡਿਊਟੀ ਲਾਈ ਗਈ ਸੀ। ਭਾਈ ਨੰਦ ਲਾਲ ਸਾਹਿਬ ਜੀ ਆਖਣ ਲੱਗੇ ਕਿ ਸਤਿਗੁਰੂ ਜੀਓ, ਤੁਹਾਡੀ ਦਇਆ ਹੈ, ਕਿਰਪਾ ਹੈ, ਤੁਸੀਂ ਆਪ ਮਿਹਰ ਕਰਕੇ, ਦਇਆ ਕਰਕੇ, ਦ੍ਰਿਸ਼ਟੀ ਕਰਕੇ ਲੰਗਰ ਚਲਾ ਰਹੇ ਹੋ। ਬਹੁਤ ਵਧੀਆ ਤਰੀਕੇ ਦੇ ਨਾਲ ਪ੍ਰਸ਼ਾਦਾ ਪਾਣੀ ਬਣਾਉਂਦੇ ਹਾਂ ਤੇ ਕੋਈ ਵੀ ਜਿਹੜਾ ਅਰਥੀ ਭੁੱਖਾ ਆਉਂਦਾ ਹੈ ਉਸ ਨੂੰ ਤ੍ਰਿਪਤ ਕਰਕੇ ਤੋਰਦੇ ਹਾਂ। ਤੇ ਸਤਿਗੁਰਾਂ ਨੇ ਕੁਝ ਦਿਨ ਬੀਤੇ, ਸਾਰੇ ਗੁਰਸਿੱਖਾਂ ਦੀ ਪਰਖ ਕਰਨੀ ਚਾਹੀ। ਸਵੇਰੇ ਅੰਮ੍ਰਿਤ ਵੇਲੇ ਹੀ ਆਪਣੇ ਸਰੀਰ ਦੇ ਉੱਪਰ ਸਾਧੂਆਂ ਵਾਲਾ ਭੇਸ ਧਾਰ ਕੇ ਹੱਥ ਦੇ ਵਿੱਚ ਗੜਵਾ ਲੈ ਕਰਕੇ ਪਰਖ ਕਰਨ ਤੁਰੇ ਨੇ, ਕਿਉਂਕਿ ਪੂਰਾ ਸਤਿਗੁਰੂ ਉਹ ਹੁੰਦਾ ਹੈ ਜਿਹੜਾ ਸਮੇਂ-ਸਮੇਂ ਤੇ ਸਿੱਖਾਂ ਦੀ ਪਰਖ ਵੀ ਕਰੇ। ਕਿਉਂਕਿ ਜਿਹੜਾ ਸਿਆਣਾ ਉਸਤਾਦ ਹੁੰਦਾ ਹੈ ਉਹ ਵਿਦਿਆ ਪੜ੍ਹਾ ਕਰਕੇ ਫਿਰ ਸਵਾਲ ਵੀ ਪੁੱਛਦਾ ਹੈ ਕਿ ਇਸ ਨੂੰ ਸਮਝ ਆ ਵੀ ਗਈ ਹੈ ਜਾਂ ਨਹੀਂ, ਵੀ ਇਸ ਨੂੰ ਦਿੱਤਾ ਹੋਇਆ ਜਿਹੜਾ ਸਬਕ ਹੈ ਉਹ ਸਮਝ ਗੋਚਰੇ ਹੋਇਆ ਵੀ ਹੈ ਜਾਂ ਨਹੀਂ ਹੋਇਆ। ਉਸੇ ਪ੍ਰਕਾਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਿੱਤਾ ਹੋਇਆ ਜਿਹੜਾ ਸੇਵਾ ਦਾ, ਲੰਗਰ ਚਲਾਉਣ ਦਾ ਜਿਹੜਾ ਸਬਕ ਸੀ ਉਸ ਨੂੰ ਦੇਖਣ ਚੱਲੇ ਨੇ। ਤੇ ਵੱਖਰੋ ਵੱਖਰੇ ਗੁਰਸਿੱਖਾਂ ਦੇ ਸਥਾਨਾਂ ਦੇ ਉੱਪਰ ਲੰਗਰਾਂ ਦੇ ਵਿੱਚ ਜਾਂਦੇ ਨੇ। ਸਵੇਰ ਦਾ ਸਮਾਂ ਹੈ। ਕਿਸੇ ਗੁਰਸਿੱਖ ਨੇ ਆਖਿਆ ਕਿ ਹਜੇ ਤੇ ਸਵੇਰ ਦਾ ਸਮਾਂ ਹੈ, ਤੂੰ ਹੁਣੇ ਆ ਗਿਆ ਹੈ। ਕਿਉਂਕਿ ਸਤਿਗੁਰਾਂ ਨੇ ਇੱਕ ਸਾਧੂ ਦਾ ਭੇਸ ਧਾਰਿਆ ਹੋਇਆ ਸੀ, ਮੈਲੇ ਕੁਚੈਲੇ ਕੱਪੜੇ ਪਾ ਕਰਕੇ। ਤੇ ਕਿਸੇ ਨੇ ਆਖਿਆ ਕਿ ਹਜੇ ਦੁਪਹਿਰ ਨੂੰ ਆਇਓ, ਉਦੋਂ ਲੰਗਰ ਤਿਆਰ ਹੁੰਦਾ ਹੈ। ਕਿਸੇ ਨੇ ਕੋਈ ਬਚਨ ਆਖੇ, ਕਿਸੇ ਨੇ ਕੋਈ ਬਚਨ ਆਖੇ। ਜਦੋਂ ਸਤਿਗੁਰੂ ਜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਭਾਈ ਨੰਦ ਲਾਲ ਸਾਹਿਬ ਜੀ ਦੇ ਪਾਸ ਗਏ ਤੇ ਜਾ ਕਰਕੇ ਪ੍ਰਸ਼ਾਦਾ ਪਾਣੀ ਮੰਗਿਆ ਤੇ ਭਾਈ ਨੰਦ ਲਾਲ ਸਾਹਿਬ ਜੀ ਨੇ ਆਖਿਆ ਕਿ ਇਹ ਸਾਧੂ ਜੀਓ, ਜਿਹੜਾ ਪ੍ਰਸ਼ਾਦਾ ਹੈ ਉਹ ਤਿਆਰ ਹੋਣ ਵਾਲਾ ਹੈ, ਜਿਹੜੀ ਦਾਲ ਹੈ ਉਹ ਰਿੱਧਨੇ ਪਾਈ ਹੋਈ ਹੈ, ਥੋੜਾ ਚਿਰ ਰੁਕੋ, ਮੈਂ ਤੁਹਾਨੂੰ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਤੁਹਾਨੂੰ ਛਕਾਉਣਾ ਕਰਦਾ ਹਾਂ। ਤਾਂ ਉਸ ਵੇਲੇ ਕੁਝ ਦੇਰ ਬਾਅਦ ਭਾਈ ਨੰਦ ਲਾਲ ਸਾਹਿਬ ਜੀ ਨੇ, ਜੋ ਸਾਧੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਣੇ ਹੋਏ ਸਨ, ਉਹਨਾਂ ਨੂੰ ਬੜੀ ਭਾਵਨਾ ਸ਼ਰਧਾ ਦੇ ਨਾਲ ਪ੍ਰਸ਼ਾਦਾ ਪਾਣੀ ਛਕਾਇਆ। ਤੇ ਅਗਲੇ ਦਿਨ
ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਰੇ ਗੁਰਸਿੱਖਾਂ ਨੂੰ ਬੁਲਾਇਆ ਕਿ ਦੱਸਣਾ ਕਰੋ ਕਿ ਤੁਹਾਡਾ ਲੰਗਰ ਕਿਵੇਂ ਚੱਲਦਾ ਹੈ। ਫਿਰ ਉਸੇ ਪ੍ਰਕਾਰ ਜਿਹੜੇ ਆਪਣੇ ਆਪ ਨੂੰ ਬਹੁਤ ਦਾਨੀ ਪ੍ਰਮਾਨੀ ਕਹਾਉਂਦੇ ਸਨ, ਉਹਨਾਂ ਨੇ ਆਖਿਆ ਕਿ ਸਤਿਗੁਰੂ ਜੀਓ, ਸਾਡਾ ਲੰਗਰ ਤੇ ਬਹੁਤ ਚੜ੍ਹਦੀ ਕਲਾ ਦੇ ਵਿੱਚ ਚੱਲ ਰਿਹਾ ਹੈ। ਤੇ ਜਦੋਂ ਭਾਈ ਨੰਦ ਲਾਲ ਸਾਹਿਬ ਜੀ ਨੂੰ ਪੁੱਛਿਆ ਕਿ ਸਤਿਗੁਰੂ ਜੀਓ, ਤੁਹਾਡੀ ਕਿਰਪਾ ਦੇ ਨਾਲ ਚੱਲ ਰਿਹਾ ਹੈ, ਤਾਂ ਉਸ ਵੇਲੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਖਿਆ ਕਿ ਮੈਂ ਤੁਹਾਡੀ ਕੱਲ ਪਰਖ ਕਰਨ ਦੇ ਲਈ ਆਇਆ ਸਾਂ। ਸਾਰੇ ਗੁਰਸਿੱਖਾਂ ਨੂੰ ਆਖਿਆ ਕਿ ਤੁਸੀਂ ਕੱਲ ਇਹ ਬਚਨ ਬੋਲੇ ਸਨ, ਤੁਸੀਂ ਇਹ ਬੋਲੇ ਸਨ, ਤੇ ਉਹਨਾਂ ਗੁਰਸਿੱਖਾਂ ਨੂੰ ਬੜਾ ਸ਼ਰਮਿੰਦਾ ਹੋਣਾ ਪਿਆ। ਤੇ ਉੱਥੇ ਭਾਈ ਨੰਦ ਲਾਲ ਸਾਹਿਬ ਜੀ ਦਾ ਨਾਮ ਸਤਿਗੁਰਾਂ ਨੇ ਭਾਈ ਨੰਦ ਲਾਲ ਤੋਂ ਦੀਵਾਨੇ ਗੋਇਆ ਰੱਖਿਆ। ਦੀਵਾਨੇ ਗੋਇਆ ਦਾ ਅਰਥ ਹੁੰਦਾ ਹੈ, ਜਿਵੇਂ ਆਪਾਂ ਜੇ ਸਿੱਧਾ ਲਿਖਦੇ ਹਾਂ ਤੇ ਆਪਾਂ ਦੀਵਾਨੇ ਗੋਇਆ ਲਿਖਦੇ ਹਾਂ, ਪਰ ਜਦੋਂ ਇਸ ਨੂੰ ਪਾਦਛੇਦ ਕੀਤਾ ਜਾਵੇਗਾ ਦੀਵਾਨ ਏ ਗੋਇਆ, ਕਿ ਜਿਹੜੇ ਇਹ ਭਾਈ ਨੰਦ ਲਾਲ ਸਾਹਿਬ ਜੀ ਹਨ ਇਹ ਦੀਵਾਨ ਹਨ। ਤੇ ਦੂਸਰਾ ਗੋਇਆ, ਗੋਇਆ ਦਾ ਅਰਥ ਹੁੰਦਾ ਹੈ ਬੋਲਣਾ, ਕਿਉਂਕਿ ਸਤਿਗੁਰਾਂ ਦੀ ਜਿਹੜੀ ਪਾਵਨ ਹਜ਼ੂਰੀ ਹੈ ਇਸ ਵਿੱਚ ਸਾਰਿਆਂ ਨੂੰ ਬੋਲਣ ਦਾ ਹੱਕ ਨਹੀਂ ਹੁੰਦਾ। ਜਾਂ ਤੇ ਕੋਈ ਗ੍ਰੰਥੀ ਸਿੰਘ ਜਿਹੜਾ ਡਿਊਟੀ ਨਿਭਾ ਰਿਹਾ ਹੈ ਉਹ ਬੋਲ ਸਕਦਾ ਹੈ, ਜਾਂ ਕੋਈ ਜਿਹੜਾ ਕੋਈ ਪ੍ਰਚਾਰਕ ਰਾਗੀ ਸਿੰਘ ਹੈ ਉਹ ਬੋਲ ਸਕਦਾ ਹੈ, ਜਾਂ ਕੋਈ ਸਿਆਣਾ ਗੁਰਸਿੱਖ। ਤੇ ਸਤਿਗੁਰਾਂ ਨੇ ਆਖਿਆ ਕਿ ਦੀਵਾਨੇ ਗੋਇਆ, ਕਿ ਇਹ ਭਾਈ ਨੰਦ ਲਾਲ ਸਾਹਿਬ ਜੀ ਤੁਸੀਂ ਦੀਵਾਨੇ ਗੋਇਆ ਹੋ, ਭਾਵ ਜਿੰਨੇ ਵੀ ਲਿਖਾਰੀ ਹਨ, ਵਿਦਵਾਨ ਹਨ, ਉਹਨਾਂ ਵਿੱਚੋਂ ਤੁਹਾਨੂੰ ਬੋਲਣ ਦਾ ਹੱਕ ਹੈ। ਤੁਸੀਂ ਇਹਨਾਂ ਵੱਲੋਂ ਕੋਈ ਸਲਾਹ ਮਸ਼ਵਰਾ ਰੱਖਣਾ ਹੋਵੇ, ਕੋਈ ਵਿਚਾਰ ਦੇਣੀ ਹੋਵੇ, ਤੁਸੀਂ ਰੱਖ ਸਕਦੇ ਹੋ। ਇਸ ਪ੍ਰਕਾਰ ਸਤਿਗੁਰਾਂ ਨੇ ਆਖਿਆ ਕਿ ਇਹ ਜਿਹੜੇ ਭਾਈ ਨੰਦ ਲਾਲ ਸਾਹਿਬ ਜੀ ਹਨ, ਇਹਨਾਂ ਦਾ ਲੰਗਰ ਸਭ ਤੋਂ ਵਧੀਆ ਚੱਲਦਾ ਹੈ। ਤੇ ਇੱਥੇ ਭਾਈ ਨੰਦ ਲਾਲ ਸਾਹਿਬ ਜੀ ਬਚਨ ਲਿਖ ਰਹੇ ਹਨ ਕਿ ਨਾਸਿਰੋ ਮਨਸੂਰ ਗੁਰ ਗੋਬਿੰਦ ਸਿੰਘ, ਕਿ ਹੇ ਸੱਚੇ ਪਾਤਸ਼ਾਹ ਜੀਓ, ਤੁਸੀਂ ਹੀ ਦੇਣ ਵਾਲੇ ਹੋ ਔਰ ਤੁਸੀਂ ਹੀ ਲੈਣ ਵਾਲੇ ਹੋ। ਜਿਵੇਂ ਆਪਾਂ ਇਤਿਹਾਸ ਦੇ ਵਿੱਚ ਬਚਨ ਪੜ੍ਹਦੇ ਹਾਂ ਕਿ ਭਾਈ ਕਨ੍ਹਈਆ ਜੀ ਹੋਏ ਨੇ, ਜਿਨ੍ਹਾਂ ਨੇ ਜੰਗ ਦੇ ਵਿੱਚ ਜਿਹੜੇ ਵੈਰੀ ਸਨ, ਫੱਟੜ ਹੋਏ, ਉਹਨਾਂ ਨੂੰ ਵੀ ਪਾਣੀ ਪਿਆਇਆ। ਤੇ ਗੁਰਸਿੱਖਾਂ ਨੇ ਸਤਿਗੁਰਾਂ ਦੇ ਪਾਸ ਜਾ ਕੇ ਸ਼ਿਕਾਇਤ ਕੀਤੀ ਕਿ ਇਹ ਜਿਹੜੇ ਭਾਈ ਕਨ੍ਹਈਆ ਜੀ ਹਨ, ਇਹ ਲੱਗਦਾ ਹੈ ਕਿ ਦੁਸ਼ਮਣਾਂ ਦੇ ਨਾਲ ਰਲੇ ਹੋਏ ਨੇ। ਤੇ ਉਸੇ ਪ੍ਰਕਾਰ ਸਤਿਗੁਰਾਂ ਨੇ ਭਾਈ ਕਨ੍ਹਈਆ ਜੀ ਨੂੰ ਆਪਣੇ ਪਾਸ ਬੁਲਾਇਆ ਤੇ ਪੁੱਛਣਾ ਕੀਤਾ ਕਿ ਗੁਰਸਿੱਖ ਇਸ ਪ੍ਰਕਾਰ ਆਖਦੇ ਹਨ ਕਿ ਤੁਸੀਂ ਦੁਸ਼ਮਣਾਂ ਦੇ ਨਾਲ ਰਲੇ ਹੋਏ ਹੋ। ਤਾਂ ਉਸ ਵੇਲੇ ਭਾਈ ਕਨ੍ਹਈਆ ਜੀ ਨੇ ਦੋਵੇਂ ਹੱਥ ਜੋੜ ਕੇ ਆਖਿਆ ਕਿ ਸਤਿਗੁਰੂ ਜੀਓ, ਮੈਨੂੰ ਦੁਸ਼ਮਣਾਂ ਦੇ ਵਿੱਚੋਂ ਵੀ ਤੁਸੀਂ ਦਿਸਦੇ ਹੋ। ਜੇ ਤੇ ਕੋਈ ਆਪਣਾ ਜਾਂ ਪਰਾਇਆ ਦਿਸੇ ਤਾਂ ਮੈਂ ਇਹ ਫਰਕ ਕਰਾਂ। ਸਤਿਗੁਰੂ ਇਹ ਬਚਨ ਸੁਣ ਕੇ ਬੜੇ ਪ੍ਰਸੰਨ ਹੋਏ ਤੇ ਆਖਿਆ, ਭਾਈ ਕਨ੍ਹਈਆ ਜੀ, ਜਿੱਥੇ ਪਾਣੀ ਦੀ ਸੇਵਾ ਕਰਦੇ ਹੋ ਉੱਥੇ ਮਲਮ ਪੱਟੀ ਵੀ ਲਾ ਦਿਆ ਕਰੋ। ਇਸੇ ਪ੍ਰਕਾਰ ਭਾਈ ਨੰਦ ਲਾਲ ਸਾਹਿਬ ਜੀ ਆਖਦੇ ਨੇ, ਨਾਸਿਰੋ ਮਨਸੂਰ ਗੁਰ ਗੋਬਿੰਦ ਸਿੰਘ, ਕਿ ਹੇ ਸੱਚੇ ਪਾਤਸ਼ਾਹ ਜੀਓ, ਤੁਸੀਂ ਹੀ ਮਦਦ ਦੇਣ ਵਾਲੇ ਹੋ, ਤੁਸੀਂ ਹੀ ਮਦਦ ਕਰਨ ਵਾਲੇ ਹੋ। ਜਾਂ ਇਸੇ ਪ੍ਰਕਾਰ ਆਪਾਂ ਇਤਿਹਾਸ ਦੇ ਅੰਦਰ ਇਹ ਵੀ ਪ੍ਰਸੰਗ ਪੜ੍ਹ ਕੇ ਵੇਖਦੇ ਹਾਂ ਕਿ ਇੱਕ ਭਾਈ ਜੱਗਾ ਸਿੰਘ ਜੀ ਹੋਏ ਨੇ। ਇਹ ਭਾਈ ਜੱਗਾ ਸਿੰਘ ਜੀ ਬੜੀ ਭਾਵਨਾ ਦੇ ਨਾਲ ਸਤਿਗੁਰਾਂ ਦੀ ਸੇਵਾ ਕਰਿਆ ਕਰਨ, ਮਨ ਦੇ ਅੰਦਰ ਬੜਾ ਪ੍ਰੇਮ ਸਤਿਗੁਰਾਂ ਦੇ ਪ੍ਰਤੀ। ਸੇਵਾ ਕਰਦਿਆਂ ਕਰਦਿਆਂ ਕੁਝ ਗੁਰਸਿੱਖਾਂ ਨੇ ਈਰਖਾ ਕਰਨੀ ਸ਼ੁਰੂ ਕਰ ਦਿੱਤੀ। ਸਤਿਗੁਰੂ ਜੀ ਜਦੋਂ ਵੀ ਭਾਈ ਜੱਗਾ ਸਿੰਘ ਹਜ਼ੂਰੀ ਦੇ ਵਿੱਚ ਆਇਆ ਕਰੇ
ਤੇ ਸਤਿਗੁਰੂ ਜੀ ਭਾਈ ਜੱਗਾ ਸਿੰਘ ਨੂੰ ਉੱਠ ਕਰਕੇ ਆਪਣੀ ਗਲਵਕੜੀ ਦੇ ਵਿੱਚ ਲਿਆ ਕਰਨ। ਸਤਿਗੁਰਾਂ ਨੇ ਬੜੇ ਪ੍ਰੇਮ ਦੇ ਨਾਲ ਭਾਈ ਜੱਗਾ ਸਿੰਘ ਜੀ ਦਾ ਨਾਮ ਲੈਣਾ, ਉਹਨਾਂ ਨੂੰ ਸਤਿਕਾਰ ਦੇਣਾ। ਪਰ ਜਿਹੜੇ ਕੁਝ ਗੁਰਸਿੱਖ ਸਨ, ਉਹਨਾਂ ਨੇ ਇਹ ਖੁੰਦਕ ਖਾਣੀ ਸ਼ੁਰੂ ਕਰ ਦਿੱਤੀ ਕਿ ਇਹ ਤੇ ਸਤਿਗੁਰਾਂ ਦੇ ਨੇੜੇ ਬੜੇ ਆਈ ਜਾਂਦੇ ਨੇ। ਤੇ ਉਹਨਾਂ ਨੇ ਕੀ ਕੀਤਾ ਕਿ ਭਾਈ ਜੱਗਾ ਸਿੰਘ ਦੀ ਜਿਹੜੀ ਡਿਊਟੀ ਹੈ ਦਰਬਾਰ ਦੇ ਵਿੱਚੋਂ ਹਟਾ ਕਰਕੇ ਲੰਗਰਾਂ ਦੇ ਵਿੱਚ ਲਾ ਦਿੱਤੀ ਕਿ ਆਪੇ ਇਹ ਲੰਗਰ ਦੇ ਵਿੱਚ ਰਿਹਾ ਕਰੇਗਾ, ਸਤਿਗੁਰਾਂ ਤੋਂ ਦੂਰ ਹੋ ਜਾਵੇਗਾ। ਤੇ ਕੁਝ ਦਿਨ ਦਾ ਸਮਾਂ ਬੀਤਿਆ, ਸਤਿਗੁਰਾਂ ਨੇ ਵੇਖਿਆ ਕਿ ਭਾਈ ਜੱਗਾ ਸਿੰਘ ਜੀ ਨਹੀਂ ਨਜ਼ਰ ਆਉਂਦੇ। ਸਤਿਗੁਰੂ ਜੀ ਲੱਭਦੇ ਲੱਭਦੇ ਲੰਗਰ ਦੇ ਵਿੱਚ ਗਏ ਤੇ ਆਖਿਆ ਕਿ ਭਾਈ ਜੱਗਾ ਸਿੰਘ ਜੀ, ਸਾਡੀਆਂ ਅੱਖਾਂ ਤਰਸ ਗਈਆਂ ਨੇ ਤੁਹਾਨੂੰ ਦੇਖਣ ਲਈ, ਆਓ ਤੁਸੀਂ ਸਾਡੀ ਗਲਵਕੜੀ ਦੇ ਵਿੱਚ ਆਓ। ਤੇ ਭਾਈ ਜੱਗਾ ਸਿੰਘ ਨੇ ਆਖਿਆ ਕਿ ਨਹੀਂ ਸਤਿਗੁਰੂ ਜੀਓ, ਮੇਰੇ ਹੱਥਾਂ ਦੇ ਵਿੱਚ ਆਟਾ ਲੱਗਿਆ ਹੋਇਆ ਹੈ, ਮੈਂ ਤੁਹਾਨੂੰ ਜੇ ਗਲਵਕੜੀ ਪਾਈ ਤੇ ਤੁਹਾਡਾ ਜਿਹੜਾ ਵਸਤਰ ਹੈ, ਬਾਣਾ ਹੈ, ਉਹ ਮੈਲਾ ਹੋ ਜਾਣਾ ਹੈ, ਉਸ ਨੂੰ ਜਿਹੜਾ ਇਹ ਗਿੱਲਾ ਆਟਾ ਹੈ ਉਹ ਲੱਗ ਜਾਣਾ ਹੈ। ਭਾਈ ਜੱਗਾ ਸਿੰਘ ਜੀ ਹਜੇ ਇਹ ਬਚਨ ਕਹਿ ਹੀ ਰਹੇ ਸਨ, ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਭਾਈ ਜੱਗਾ ਸਿੰਘ ਜੀ ਨੂੰ ਆਪਣੀ ਗਲਵਕੜੀ ਦੇ ਵਿੱਚ ਲੈ ਲਿਆ। ਕੁਝ ਆਟਾ ਵੀ ਬਾਣੇ ਨੂੰ ਲੱਗਿਆ, ਪਰ ਜਿੱਥੇ ਪ੍ਰੇਮ ਹੋਵੇ ਉਥੇ ਕੋਈ ਸੀਮਾ ਨਹੀਂ ਹੁੰਦੀ। ਜਦੋਂ ਇਹ ਕੌਤਕ ਬਾਕੀ ਗੁਰਸਿੱਖਾਂ ਨੇ ਵੇਖਿਆ, ਫਿਰ ਮਨ ਦੇ ਅੰਦਰ ਬੜੀ ਈਰਖਾ ਦਵੈਸ਼ ਆਇਆ ਕਿ ਇਹਨੂੰ ਤੇ ਹਜੇ ਵੀ ਸਤਿਗੁਰੂ ਜੀ ਬੜਾ ਪ੍ਰੇਮ ਕਰਦੇ ਨੇ, ਇਸ ਦੀ ਹੋਰ ਕੋਈ ਡਿਊਟੀ ਲਾਈ ਜਾਵੇ। ਤੇ ਜਿਹੜੇ ਕੋਈ ਮੁਖੀ ਗੁਰਸਿੱਖ ਸਨ, ਉਹਨਾਂ ਨੇ ਕੀ ਕੀਤਾ ਕਿ ਭਾਈ ਜੱਗਾ ਸਿੰਘ ਦੀ ਜਿਹੜੀ ਡਿਊਟੀ ਹੈ ਉਹ ਘੋੜਿਆਂ ਦੇ ਤਬੇਲੇ ਵਿੱਚ ਲਿੱਦ ਸੁੱਟਣ ਦੀ ਲਾ ਦਿੱਤੀ ਕਿ ਆਪੇ ਸਤਿਗੁਰਾਂ ਦੇ ਦਰਬਾਰ ਤੋਂ ਬੜਾ ਦੂਰ ਰਿਹਾ ਕਰੇਗਾ ਤੇ ਆਪੇ ਪ੍ਰੇਮ ਜਿਹੜਾ ਘਟਣਾ ਸ਼ੁਰੂ ਹੋ ਜਾਵੇਗਾ। ਪਰ ਇਸੇ ਪ੍ਰਕਾਰ ਫਿਰ ਹੋਇਆ ਕਿ ਜਦੋਂ ਭਾਈ ਜੱਗਾ ਸਿੰਘ ਜੀ ਲੰਗਰ ਦੇ ਵਿੱਚ ਵੀ ਨਜ਼ਰ ਨਾ ਆਏ ਤੇ ਸਤਿਗੁਰੂ ਜੀ ਭਾਲਦੇ ਭਾਲਦੇ ਤਬੇਲੇ ਦੇ ਵਿੱਚ ਚਲੇ ਗਏ ਤੇ ਜਾ ਕਰ ਆਖਿਆ ਕਿ ਭਾਈ ਜੱਗਾ ਸਿੰਘ ਜੀ, ਤੁਸੀਂ ਇੱਧਰ ਫਿਰਦੇ ਹੋ, ਅਸੀਂ ਕਿੱਥੇ ਕਿੱਥੇ ਨਹੀਂ ਭਾਲਿਆ ਤੁਹਾਨੂੰ, ਆਓ ਸਾਡੀਆਂ ਬਾਹਾਂ ਆਕੜ ਗਈਆਂ ਨੇ ਤੁਹਾਨੂੰ ਗਲਵਕੜੀ ਪਾਉਣ ਦੇ ਲਈ, ਆਓ ਤੁਸੀਂ ਸਾਨੂੰ ਗਲਵਕੜੀ ਪਾਵੋ। ਤੇ ਭਾਈ ਜੱਗਾ ਸਿੰਘ ਜੀ ਨੇ ਹੱਥ ਜੋੜ ਕੇ ਆਖਿਆ ਕਿ ਨਹੀਂ ਸਤਿਗੁਰੂ ਜੀਓ, ਪਹਿਲਾਂ ਤਾਂ ਮੇਰੇ ਹੱਥਾਂ ਨੂੰ ਆਟਾ ਲੱਗਿਆ ਹੁੰਦਾ ਸੀ, ਹੁਣ ਤੇ ਲਿੱਦ ਲੱਗੀ ਹੋਈ ਹੈ, ਤੁਹਾਡਾ ਬਾਣਾ ਜਿਹੜਾ ਹੈ ਉਹ ਮਲੀਨ ਹੋ ਜਾਵੇਗਾ, ਏਦਾਂ ਨਾ ਕਰੋ। ਪਰ ਜਿਹੜਾ ਪ੍ਰੇਮ ਹੈ ਇਹ ਸੀਮਾ ਨਹੀਂ ਵੇਖਦਾ, ਕਿਉਂਕਿ ਸੰਸਾਰ ਦੇ ਅੰਦਰ ਦੋ ਪ੍ਰਕਾਰ ਦਾ ਪ੍ਰੇਮ ਹੁੰਦਾ ਹੈ, ਦੋ ਪ੍ਰਕਾਰ ਦਾ ਇਸ਼ਕ ਹੁੰਦਾ ਹੈ। ਇੱਕ ਹੁੰਦਾ ਹੈ ਹਕੀਕੀ ਔਰ ਦੂਸਰਾ ਹੁੰਦਾ ਹੈ ਜਿਸਮਾਨੀ। ਜਿਹੜਾ ਜਿਸਮਾਨੀ ਹੈ ਉਹ ਸਿਰਫ ਜਿਸਮ ਤੱਕ ਸੀਮਤ ਰਹਿੰਦਾ ਹੈ, ਪਰ ਦੂਸਰਾ ਹੁੰਦਾ ਹੈ ਹਕੀਕੀ ਪ੍ਰੇਮ, ਜਿਸ ਨੂੰ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਇਹਨਾਂ ਸ਼ਬਦਾਂ ਦੇ ਨਾਲ ਬਿਆਨ ਕੀਤਾ ਹੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਤੇ ਸਤਿਗੁਰੂ ਜੀ ਆਖਣ ਲੱਗੇ ਕਿ ਭਾਈ ਜੱਗਾ ਸਿੰਘ ਜੀ, ਨਹੀਂ, ਇਸ ਪ੍ਰਕਾਰ ਨਹੀਂ, ਤੁਸੀਂ ਸਾਡਾ ਹੀ ਰੂਪ ਹੋਏ ਹੋ, ਤੁਹਾਡੇ ਵਿੱਚ ਔਰ ਮੇਰੇ ਵਿੱਚ ਕੋਈ ਫਰਕ ਨਹੀਂ, ਤੁਸੀਂ ਆਓ ਸਾਡੀ ਗਲਵਕੜੀ ਦੇ ਵਿੱਚ ਆਓ। ਸਤਿਗੁਰਾਂ ਨੇ ਉਸੇ ਪ੍ਰਕਾਰ ਲਿਬੜੇ ਤਿਬੜੇ ਭਾਈ ਜੱਗਾ ਸਿੰਘ ਜੀ ਨੂੰ ਆਪਣੇ ਗਲੇ ਦੇ ਨਾਲ ਲਾਇਆ, ਕਿਉਂਕਿ ਆਪਾਂ ਸਤਿਗੁਰਾਂ ਦਾ ਪਾਵਨ ਦਿਹਾੜਾ ਅੱਜ ਦੇ ਦਿਨ ਮਨਾ ਰਹੇ ਹਾਂ। ਤੇ ਸਤਿਗੁਰਾਂ ਦਾ ਜਿਹੜਾ ਪਾਵਨ ਜੀਵਨ ਹੈ, ਜਿੱਥੇ ਆਪਾਂ ਇਸ ਨੂੰ ਵਿਦਿਆ ਦੇ ਤੌਰ ਤੇ ਵੇਖਦੇ ਹਾਂ, ਉੱਥੇ ਨਾਲ ਨਾਲ ਆਪਾਂ ਸਿੱਖਿਆ ਦੇ ਤੌਰ ਤੇ ਵੀ ਵੇਖੀਏ ਕਿ ਇੱਥੇ ਗੱਲ ਸਿਰਫ ਪ੍ਰੇਮ ਦੀ ਹੈ। ਇੱਥੇ ਕੋਈ ਇਹ ਨਹੀਂ ਕਿ ਅਸੀਂ ਬਹੁਤ ਵਿਦਿਆ ਦੇ ਜਾਣੂ ਹਾਂ, ਅਸੀਂ ਬਹੁਤ
ਸੇਵਾਵਾਂ ਦੇ ਵਿੱਚ ਜਾ ਰਹੀ ਹਾਂ, ਜਿਹੜੀ ਗੁਰੂ ਘਰ ਦੇ ਵਿੱਚ ਕਦਰ ਕੀਮਤ ਹੈ, ਇਹ ਪ੍ਰੇਮ ਦੀ ਪੈਂਦੀ ਹੈ, ਭਾਵਨਾ ਸ਼ਰਧਾ ਦੀ ਪੈਂਦੀ ਹੈ। ਜਿਸ ਨੂੰ ਸਤਿਗੁਰੂ ਜੀ ਆਪਣੇ ਕੋਲ ਬੁਲਾਉਣਾ ਚਾਹਣ, ਉਸ ਨੂੰ ਬੁਲਾ ਹੀ ਲੈਂਦੇ ਨੇ। ਇਸ ਪ੍ਰਕਾਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਉਸਤਤੀ ਦੇ ਬਚਨ ਲਿਖ ਰਹੇ ਹਨ ਕਿ ਸਤਿਗੁਰੂ ਜੀ ਕੈਸੇ ਹਨ। ਨਾਸਿਰੁ ਮਨਸੂਰ ਗੁਰੂ ਗੋਬਿੰਦ ਸਿੰਘ, ਕਿ ਸਤਿਗੁਰੂ ਜੀ ਸਾਰਿਆਂ ਦੇ ਵਿੱਚ ਇੱਕ ਹੁੰਦਾ ਹੈ ਮਦਦ ਕਰਨ ਵਾਲਾ, ਔਰ ਦੂਸਰਾ ਹੁੰਦਾ ਹੈ ਮਦਦ ਲੈਣ ਵਾਲਾ। ਤੇ ਜਿਹੜਾ ਮਦਦ ਕਰਨ ਵਾਲਾ ਹੋਵੇ ਉਹ ਹੁੰਦਾ ਹੈ ਸ਼ਾਹੂਕਾਰ ਮਾਲਕ, ਤੇ ਦੂਸਰਾ ਹੁੰਦਾ ਹੈ ਮਦਦ ਦੇਣ ਵਾਲਾ ਗਰੀਬੜਾ ਗੁਰਸਿੱਖ। ਪਰ ਭਾਈ ਨੰਦ ਲਾਲ ਜੀ ਆਖਦੇ ਨੇ ਕਿ ਤੁਸੀਂ ਹੀ ਸ਼ਹਿਨਸ਼ਾਹ ਹੋ, ਤੇ ਤੁਹਾਡੀ ਜਿਹੜੀ ਜੋਤ ਹੈ ਉਹੀ ਗਰੀਬਾਂ ਦੇ ਵਿੱਚ ਵਰਤ ਰਹੀ ਹੈ। ਏਜ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ। ਭਾਈ ਨੰਦ ਲਾਲ ਸਾਹਿਬ ਜੀ ਪਹਿਲੇ ਸ਼ੇਰ ਦੇ ਦੂਸਰੀ ਪੰਕਤੀ ਦੇ ਅੰਦਰ ਬਚਨ ਲਿਖਦੇ ਹਨ ਕਿ ਸਤਿਗੁਰੂ ਜੀ ਦੀ ਹੋਰ ਉਪਮਾ ਕੈਸੀ ਹੈ। ਏਜ ਦੀ ਮਨਜ਼ੂਰ, ਕਿਉਂਕਿ ਇੱਕ ਮਨੁੱਖ ਹੁੰਦਾ ਹੈ, ਉਸ ਨੂੰ ਪਿੰਡ ਦੇ ਵਿੱਚ ਮਨੁੱਖ ਜਾਣਦੇ ਨੇ। ਇੱਕ ਮਨੁੱਖ ਹੁੰਦਾ ਹੈ ਕਿ ਉਸ ਨੂੰ ਸ਼ਹਿਰ ਦੇ ਲੋਕ ਜਾਣਦੇ ਹੁੰਦੇ ਨੇ। ਇੱਕ ਮਨੁੱਖ ਐਸਾ ਹੁੰਦਾ ਹੈ ਕਿ ਉਸ ਨੂੰ ਆਪਣੇ ਦੇਸ਼ ਦੇ ਮਨੁੱਖ ਜਾਣਦੇ ਨੇ। ਤੇ ਕਈ ਮਨੁੱਖ ਇਸ ਪ੍ਰਕਾਰ ਦੇ ਹੁੰਦੇ ਨੇ ਜਿਹੜੇ ਸਾਰੇ ਸੰਸਾਰ ਦੇ ਵਿੱਚ ਪ੍ਰਸਿੱਧ ਹੁੰਦੇ ਨੇ। ਪਰ ਭਾਈ ਨੰਦ ਲਾਲ ਸਾਹਿਬ ਜੀ ਆਖਦੇ ਨੇ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੈਸੇ ਹਨ। ਉਹ ਹਨ ਏਸ ਦੀ ਮਨਜ਼ੂਰ। ਏਸ ਦੀ ਦਾ ਅਰਥ ਹੁੰਦਾ ਹੈ ਰੱਬ, ਪਰਮੇਸ਼ਰ, ਵਾਹਿਗੁਰੂ। ਕਿ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹਨ, ਇਹ ਪਰਮੇਸ਼ਰ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਮਨਜ਼ੂਰ ਹਨ, ਪ੍ਰਮਾਣਲੀਕ ਹਨ। ਇਸ ਪ੍ਰਕਾਰ ਸਤਿਗੁਰਾਂ ਦੀ ਪਾਵਨ ਹਜ਼ੂਰੀ ਦੇ ਅੰਦਰ ਪ੍ਰਵਾਨਲੀਕ ਹੋਣਾ ਇਹ ਵੀ ਬੜਾ ਕਠਿਨ ਹੈ, ਕਿਉਂਕਿ ਸਤਿਗੁਰਾਂ ਨੂੰ ਸਰੂਪ ਨਹੀਂ ਪਸੰਦ। ਸਤਿਗੁਰਾਂ ਨੂੰ ਜਿਹੜੀ ਰਹਿਤ ਮਰਿਆਦਾ ਹੈ ਉਹ ਚੰਗੀ ਲੱਗਦੀ ਹੈ। ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੀਂ। ਤੇ ਸਤਿਗੁਰਾਂ ਦੀ ਜਿੱਥੇ ਆਪਾਂ ਵਡਿਆਈ ਕਰਨ ਦੇ ਉੱਪਰ ਲੱਗੇ ਹੋਏ ਆ, ਤੇ ਵਡਿਆਈ ਕਰਦਿਆਂ ਕਰਦਿਆਂ ਇਹ ਵੀ ਬਚਨ ਸਾਹਮਣੇ ਆਉਂਦੇ ਹਨ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਰਗਾ ਕੋਈ ਸੰਸਾਰ ਦੇ ਵਿੱਚ ਗੁਰੂ ਵੀ ਨਹੀਂ ਹੋਇਆ। ਕਿਉਂਕਿ ਸੰਸਾਰ ਦੇ ਅੰਦਰ ਬੜੇ ਐਸੇ ਧਰਮ ਗ੍ਰੰਥ ਹਨ ਜਿਨ੍ਹਾਂ ਦੇ ਵਿੱਚ ਬਚਨ ਲਿਖੇ ਹੋਏ ਨੇ ਕਿ ਜਿਹੜੇ ਇਹ ਸਿੱਖ ਹਨ, ਉਹਨਾਂ ਦੇ ਚੇਲੇ ਚਾਟੜੇ ਨੇ, ਉਹਨਾਂ ਨੂੰ ਭੇਡਾਂ ਬੱਕਰੀਆਂ ਦਾ ਨਾਮ ਦਿੱਤਾ ਜਾਂਦਾ ਹੈ। ਜਿਵੇਂ ਇੱਕ ਗ੍ਰੰਥ ਆਪਾਂ ਪੜ੍ਹਦੇ ਹਾਂ, ਉਹਦੇ ਵਿੱਚ ਬਚਨ ਆਉਂਦੇ ਨੇ ਕਿ ਜਿਹੜਾ ਗੁਰੂ ਹੈ ਉਹ ਆਪਣੇ ਆਪ ਨੂੰ ਆਜੜੀ ਦੱਸਦਾ ਹੈ, ਜਿਵੇਂ ਭੇਡਾਂ ਦਾ ਆਜੜੀ ਹੁੰਦਾ ਹੈ, ਤੇ ਆਪਣੇ ਚੇਲਿਆਂ ਨੂੰ ਭੇਡਾਂ ਬੱਕਰੀਆਂ ਦੱਸਦਾ ਹੈ। ਪਰ ਸਤਿਗੁਰੂ ਜੀ ਕੈਸੇ ਹਨ, ਆਪੇ ਗੁਰ ਚੇਲਾ। ਕਿਉਂਕਿ ਸਤਿਗੁਰੂ ਜੀ ਦੇਖੋ ਪਹਿਲਾਂ ਅੰਮ੍ਰਿਤ ਦੀ ਦਾਤ ਬਖਸ਼ਦੇ ਨੇ, ਫਿਰ ਨਿਮਰਤਾ ਦੇ ਵਿੱਚ, ਭਾਵਨਾ ਦੇ ਵਿੱਚ ਬਚਨ ਕਰਦੇ ਹਨ ਕਿ ਭਾਈ ਗੁਰਸਿੱਖੋ ਮੇਰੇ ਤਾਈਂ ਵੀ ਅੰਮ੍ਰਿਤ ਦੀ ਦਾਤ ਬਖਸ਼ੋ। ਕਿਉਂਕਿ ਜਿਹੜੀ ਦਾਤ ਹੈ, ਮੰਗ ਹੈ, ਬੇਨਤੀ ਹੈ, ਇਹ ਆਪਣੇ ਤੋਂ ਵੱਡੇ ਨੂੰ ਕਰਨੀ ਬਹੁਤ ਸੁਖਾਲੀ ਹੁੰਦੀ ਹੈ। ਜਿਵੇਂ ਜਿਸ ਦੇ ਕੋਲ 100 ਰੁਪਇਆ ਹੈ, ਉਹ 10,000 ਰੁਪਏ ਵਾਲੇ ਮਨੁੱਖ ਨੂੰ ਬੇਨਤੀ ਕਰ ਸਕਦਾ ਹੈ ਕਿ ਮੈਨੂੰ ਕੋਈ ਮਾਇਆ ਦੇ ਦਿਓ। ਜਾਂ ਜਿਹੜਾ ਕੋਈ ਜ਼ੋਰ ਦੇ ਵਿੱਚ, ਬਲ ਦੇ ਵਿੱਚ ਘੱਟ ਮਨੁੱਖ ਹੈ, ਉਹ ਆਪਣੇ ਤੋਂ ਵੱਡੇ ਨੂੰ ਬੇਨਤੀ ਕਰ ਦਿੰਦਾ ਹੈ। ਪਰ ਆਪਣੇ ਤੋਂ ਛੋਟੇ ਨੂੰ ਬੇਨਤੀ ਕਰਨੀ, ਇਹ ਆਪਾਂ ਸਿੱਖੀਏ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ। ਸਤਿਗੁਰੂ ਜੀ ਦੇਖੋ ਪਹਿਲਾਂ ਅੰਮ੍ਰਿਤ ਦੀ ਦਾਤ ਬਖਸ਼ਦੇ ਹਨ, ਕਿਉਂਕਿ ਜਿਹੜਾ ਦਾਤ ਬਖਸ਼ਦਾ ਹੁੰਦਾ ਹੈ ਉਸ ਨੂੰ ਦਾਤ ਦੀ ਲੋੜ ਨਹੀਂ ਹੁੰਦੀ। ਸਤਿਗੁਰਾਂ ਨੇ ਪਾਵਨ ਅੰਮ੍ਰਿਤ ਦੀ ਦਾਤ ਪੰਜ ਪਿਆਰੇ ਗੁਰਸਿੱਖਾਂ ਨੂੰ ਬਖਸ਼ੀ,
ਪਰ ਫਿਰ ਵੀ ਬੇਨਤੀ ਕੀਤੀ ਕਿ ਸਤਿਗੁਰੂ ਜੀਓ, ਤੁਸੀਂ ਹੁਣ ਮੇਰੇ ਤਾਈਂ ਜਿਹੜੀ ਪਾਵਨ ਅੰਮ੍ਰਿਤ ਦੀ ਦਾਤ ਹੈ ਉਹ ਬਖਸ਼ਣਾ ਕਰੋ। ਤੇ ਐਸੇ ਜਿਹੜੇ ਸਤਿਗੁਰੂ ਜੀ ਹਨ, ਉਹਨਾਂ ਦੀ ਬਾਬਤ ਹੀ ਭਾਈ ਨੰਦ ਲਾਲ ਸਾਹਿਬ ਜੀ ਬਿਆਨ ਕਰ ਰਹੇ ਹਨ ਕਿ ਏਜ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ, ਕਿ ਸਤਿਗੁਰੂ ਜੀ ਐਸੇ ਹਨ ਕਿ ਜਿਹੜੇ ਪਰਮੇਸ਼ਰ ਦੀ ਦਰਗਾਹ ਹੈ ਉਸ ਦੇ ਵਿੱਚ ਪ੍ਰਵਾਨਜੀਕ ਹਨ। ਹਕ ਰਾਗੰਜੂਰ ਗੁਰ ਗੋਬਿੰਦ ਸਿੰਘ। ਭਾਈ ਨੰਦ ਲਾਲ ਸਾਹਿਬ ਜੀ ਅੱਗੇ ਬਚਨ ਲਿਖਦੇ ਹਨ ਕਿ ਸਤਿਗੁਰੂ ਜੀ ਹੋਰ ਕੈਸੇ ਹਨ। ਹਕ ਰਾਗੰਜੂਰ, ਹਕ ਦਾ ਅਰਥ ਹੁੰਦਾ ਹੈ ਪਰਮੇਸ਼ਰ, ਕਿਉਂਕਿ ਇਹ ਫਾਰਸੀ ਭਾਸ਼ਾ ਹੈ ਤੇ ਹਕ ਦਾ ਅਰਥ ਹੈ ਪਰਮੇਸ਼ਰ ਔਰ ਰਾਗ ਦਾ ਅਰਥ ਹੈ ਦਾ। ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਐਸੇ ਹਨ ਕਿ ਪਰਮੇਸ਼ਰ ਦੇ ਗੰਜੂਰ ਮੇਣੇ ਖਜ਼ਾਨਚੀ ਹਨ। ਭਾਵ ਜਿੰਨੀਆਂ ਪਰਮੇਸ਼ਰ ਵਾਹਿਗੁਰੂ ਜੀ ਦੇ ਕੋਲ ਸ਼ਕਤੀਆਂ ਹਨ, ਉਨੀਆਂ ਹੀ ਸਤਿਗੁਰੂ ਜੀ ਰੱਖਣ ਵਾਲੇ ਨੇ। ਕਿਉਂਕਿ ਜਿਹੜੇ ਹੋਰ ਧਰਮ ਗ੍ਰੰਥ ਨੇ, ਹੋਰ ਧਰਮ ਹਨ, ਉਹਨਾਂ ਵਿੱਚ ਪਰਮੇਸ਼ਰ ਨੂੰ ਵੱਖਰਾ ਜਣਾਇਆ ਜਾਂਦਾ ਹੈ ਔਰ ਗੁਰੂ ਨੂੰ ਵੱਖਰਾ। ਪਰ ਸਾਰੀ ਦੁਨੀਆ ਦੇ ਵਿੱਚੋਂ ਸਿਰਫ ਸਿੱਖ ਧਰਮ ਇੱਕ ਐਸਾ ਵਿਲੱਖਣ ਧਰਮ ਹੈ ਜਿਸ ਦੇ ਵਿੱਚ ਇਹ ਆਖਿਆ ਜਾਂਦਾ ਹੈ ਕਿ ਗੁਰ ਪਰਮੇਸ਼ਰ ਏਕੋ ਜਾਣ, ਕਿ ਗੁਰੂ ਔਰ ਪਰਮੇਸ਼ਰ ਨੂੰ ਇੱਕ ਤੁਲਤਾ ਦਿੱਤੀ ਜਾਂਦੀ ਹੈ। ਕਈ ਤਾਂ ਇਹ ਵੀ ਗੱਲ ਆਖਦੇ ਨੇ ਕਿ ਜਿਹੜੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਹਨ ਆਮ ਮਨੁੱਖਾਂ ਵਰਗੇ ਸਨ। ਤੇ ਜਿਹੜੇ ਇਹ ਗੱਲ ਆਖਦੇ ਨੇ, ਜੇ ਕੌੜਾ ਬਚਨ ਬੋਲਣਾ ਹੋਵੇ ਕਿ ਉਹਨਾਂ ਦੀ ਤਾਂ ਜਿਹੜੀ ਜ਼ੁਬਾਨ ਹੈ, ਜੇ ਉਹ ਨਾ ਹੋਵੇ ਤੇ ਤਾਂ ਹੀ ਭਲਾ ਸੀ। ਘੱਟੋ ਘੱਟ ਐਸੇ ਜਿਹੜੇ ਮਾੜੇ ਬਚਨ ਨੇ ਉਹ ਤਾਂ ਗੁਰੂ ਪ੍ਰਤੀ ਨਾ ਬੋਲਦੇ, ਕਿਉਂਕਿ ਇੱਕ ਗੁਰੂ ਨੂੰ ਇੱਕ ਮਨੁੱਖ ਕਹਿਣਾ ਇਹ ਇੱਕ ਬੇਅਦਬੀ ਦੇ ਤੁਲ ਹੈ। ਕਿਉਂਕਿ ਗੁਰੂ ਦੀ ਜਿਹੜੀ ਉਪਮਾ ਹੈ ਉਸ ਨੂੰ ਆਪਾਂ ਸੁਣ ਸਕਦੇ ਹਾਂ, ਕਰ ਸਕਦੇ ਹਾਂ, ਲਿਖ ਸਕਦੇ ਹਾਂ, ਪਰ ਉਸ ਨੂੰ ਆਪਾਂ ਪੂਰਾ ਜਾਣ ਨਹੀਂ ਸਕਦੇ। ਕਿਉਂਕਿ ਸਤਿਗੁਰਾਂ ਦੀ ਐਸੀ ਉਪਮਾ ਹੈ, ਤਾਰੇ ਗਿਣੇ ਜਾਤ ਹੈ, ਨਾ ਤਾਰੇ ਨਾ ਗਿਨਾਤ ਹੈ। ਕਹਿੰਦੇ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਤਨੇ ਕੁ ਗੁਰਸਿੱਖਾਂ ਨੂੰ, ਜਨਤਾ ਨੂੰ ਤਾਰ ਦਿੱਤਾ ਕਿ ਕੋਈ ਮਨੁੱਖ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਆਕਾਸ਼ ਦੇ ਵਿੱਚ ਤਾਰੇ ਹਨ ਉਹ ਤਾਂ ਗਿਣ ਸਕਦਾ ਹੈ, ਪਰ ਗੁਰੂ ਸਾਹਿਬਾਨ ਨੇ ਕਿੰਨੇ ਕੁ ਲੋਕਾਂ ਦਾ ਭਲਾ ਕਰ ਦਿੱਤਾ, ਇਸ ਦੀ ਕੋਈ ਗਿਣਤੀ ਨਹੀਂ ਕੀਤੀ ਜਾ ਸਕਦੀ। ਇਸ ਲਈ ਸਤਿਗੁਰਾਂ ਦੀ ਉਪਮਾ ਕਰਦਿਆਂ ਹੋਇਆਂ ਭਾਈ ਨੰਦ ਲਾਲ ਸਾਹਿਬ ਜੀ ਆਖਦੇ ਹਨ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹਕ ਰਾ ਮਨਜ਼ੂਰ, ਕਿ ਸਤਿਗੁਰੂ ਜੀ ਪਰਮੇਸ਼ਰ ਵਾਹਿਗੁਰੂ ਜੀ ਦੇ ਖਜ਼ਾਨਚੀ ਹਨ। ਜੁਮਲ ਹੈ ਫੈਜ਼ੇ ਨੂਰ ਗੁਰ ਗੋਬਿੰਦ ਸਿੰਘ। ਭਾਈ ਨੰਦ ਲਾਲ ਸਾਹਿਬ ਜੀ ਅੱਗੇ ਬਚਨ ਲਿਖਦੇ ਹਨ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੈਸੇ ਹਨ। ਕਹਿੰਦੇ ਕਿ ਜਿੰਨਾ ਵੀ ਸੰਸਾਰ ਦੇ ਵਿੱਚ ਨੂਰ ਹੈ, ਜਿੰਨਾ ਵੀ ਆਪਾਂ ਚਿਹਰਿਆਂ ਦੇ ਉੱਪਰ, ਤਸਵੀਰਾਂ ਦੇ ਉੱਪਰ ਨੂਰ ਵੇਖਦੇ ਹਾਂ, ਉਹ ਸਾਰਿਆਂ ਨੂਰਾਂ ਨੂੰ ਜੇ ਇਕੱਠਾ ਕਰ ਲਿਆ ਜਾਵੇ ਤੇ ਸਾਰਾ ਨੂਰ ਇਕੱਠਾ ਕਰਕੇ ਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਤਸਵੀਰ ਬਣਾਈ ਜਾਵੇ, ਇਤਨੇ ਨੂਰ ਵਾਲੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹਨ। ਜ਼ੁਮਲਹ ਫੈਜ਼ੇ ਨੂਰ, ਤੇ ਜਿਹੜਾ ਫੈਜ਼ੇ ਦਾ ਅਰਥ ਹੈ ਕਿਰਪਾ ਕਰਨ ਵਾਲੇ, ਮਿਹਰ ਕਰਨ ਵਾਲੇ, ਕਿ ਸਤਿਗੁਰੂ ਜੀ ਐਸੇ ਹਨ ਜਿਨ੍ਹਾਂ ਦੀ ਜੋ ਸ਼ਰਨ ਆਵੇ ਤੇ ਸਕੰਠ ਲਾਵੇ, ਇਹੋ ਬਿਰਦ ਸੁਆਮੀ ਸੰਦਾ। ਸੰਦਾ ਦਾ ਅਰਥ ਹੁੰਦਾ ਹੈ ਦਾ। ਕਿਉਂਕਿ ਗੁਰਬਾਣੀ ਦੀ ਜਿਹੜੀ ਕਥਾ ਹੈ, ਵਿਚਾਰ ਹੈ, ਇਹ ਜਿਤਨਾ ਚਿਰ ਆਪਾਂ ਉਸਤਾਦ ਦੇ ਕੋਲੋਂ ਬੈਠ ਕਰਕੇ ਪੜ੍ਹਦੇ ਨਹੀਂ, ਸੁਣਦੇ ਨਹੀਂ, ਉਹਨਾਂ ਚਿਰ ਵੀ ਸਮਝ ਗੋਚਰੇ ਨਹੀਂ ਹੋ ਸਕਦੀ। ਇਸ ਲਈ ਸਤਿਗੁਰੂ ਜੀ ਆਖਦੇ ਹਨ
ਕਿ ਜਿਹੜੇ ਵੀ ਗੁਰੂ ਕੀ ਗੁਰਬਾਣੀ ਦੀ ਸ਼ਰਨ ਦੇ ਵਿੱਚ ਆਉਂਦਾ ਹੈ ਉਸ ਨੂੰ ਸਤਿਗੁਰੂ ਜੀ ਆਪਣੇ ਕੰਠ ਦੇ ਨਾਲ ਲਾ ਲੈਂਦੇ ਹਨ। ਤੇ ਇਸੇ ਪ੍ਰਕਾਰ ਹੀ ਭਾਈ ਨੰਦ ਲਾਲ ਸਾਹਿਬ ਜੀ ਬਿਆਨ ਕਰ ਰਹੇ ਹਨ ਕਿ ਫੈਜ਼ੇ ਨੂਰੇ, ਕਿ ਸਤਿਗੁਰੂ ਜੀ ਕੈਸੇ ਹਨ ਕਿ ਜਿਹੜੇ ਨੂਰ ਵਾਲੇ ਵੀ ਹਨ ਤੇ ਸਾਰਿਆਂ ਦੇ ਉੱਪਰ ਮਿਹਰ ਕਰਨ ਵਾਲੇ ਹਨ। ਸੋ ਇਸ ਪ੍ਰਕਾਰ ਐਸੇ ਮਹਾਨ ਸਤਿਗੁਰਾਂ ਦੇ ਪਾਵਨ ਦਿਹਾੜੇ ਨੂੰ ਆਪਾਂ ਅੱਜ ਮਨਾ ਰਹੇ ਹਾਂ। ਸਤਿਗੁਰੂ ਜੀ ਸਾਡੇ ਉੱਪਰ ਕਿਰਪਾ ਕਰਨ। ਇੱਕ ਦਾਸ ਬੇਨਤੀ ਕਰਕੇ ਸਮਾਪਤੀ ਕਰ ਦੇਵੇਗਾ ਕਿ ਭਾਈ ਨੰਦ ਲਾਲ ਸਾਹਿਬ ਜੀ ਨੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਇੱਕ ਵਾਰ ਬੇਨਤੀ ਕੀਤੀ ਕਿ ਸਤਿਗੁਰੂ ਜੀਓ ਮੈਨੂੰ ਅੰਮ੍ਰਿਤ ਦੀ ਦਾਤ ਬਖਸ਼ੋ, ਮੈਨੂੰ ਅੰਮ੍ਰਿਤ ਛਕਾ ਦਿਓ। ਤੇ ਭਾਈ ਨੰਦ ਲਾਲ ਸਾਹਿਬ ਜੀ ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਖਿਆ ਕਿ ਤੁਸੀਂ ਗੁਰਸਿੱਖਾਂ ਨੂੰ ਵਿੱਦਿਆ ਪੜਾਉਣ ਦੀ ਸੇਵਾ ਕਰੋ, ਲੰਗਰ ਦੇ ਵਿੱਚ ਸੇਵਾ ਕਰੋ, ਸਮਾਂ ਆਵੇਗਾ ਤੁਹਾਨੂੰ ਅੰਮ੍ਰਿਤ ਦੀ ਦਾਤ ਮਿਲੇਗੀ। ਸਮਾਂ ਪਾ ਕੇ ਫਿਰ ਆਖਿਆ ਗਿਆ, ਬੇਨਤੀ ਕੀਤੀ ਗਈ, ਸਤਿਗੁਰਾਂ ਨੂੰ ਫਿਰ ਬੇਨਤੀ ਭਾਈ ਨੰਦ ਲਾਲ ਸਾਹਿਬ ਜੀ ਨੇ ਕੀਤੀ ਕਿ ਅੰਮ੍ਰਿਤ ਦੀ ਦਾਤ ਬਖਸ਼ੋ। ਤਾਂ ਉਸ ਵੇਲੇ ਫਿਰ ਭਾਈ ਨੰਦ ਲਾਲ ਸਾਹਿਬ ਜੀ ਨੂੰ ਜਵਾਬ ਮਿਲਿਆ ਕਿ ਸਮਾਂ ਆਵੇਗਾ ਅੰਮ੍ਰਿਤ ਦੀ ਦਾਤ ਮਿਲੇਗੀ। ਦੇਖੋ ਕੈਸੀ ਇੱਕ ਵਿਲੱਖਣ ਗੱਲ ਹੈ। ਉਧਰ ਔਰੰਗਜ਼ੇਬ ਧੱਕੇ ਦੇ ਨਾਲ ਮੁਸਲਮਾਨ ਬਣਾਉਣਾ ਚਾਹੁੰਦਾ ਸੀ ਭਾਈ ਨੰਦ ਲਾਲ ਸਾਹਿਬ ਜੀ ਨੂੰ, ਪਰ ਪਾਵਨ ਗੁਰਬਾਣੀ ਦੇ ਅੰਦਰ ਬਚਨ ਆਉਂਦੇ ਨੇ, ਅਤੀ ਹੂ ਧੱਕਾ ਖਾਏ, ਕਿ ਜਿਹੜੀ ਗੁਰਬਾਣੀ ਹੈ ਇਹ ਅੱਤ ਨੂੰ ਨਹੀਂ ਮੰਨਦੀ। ਇਸ ਪ੍ਰਕਾਰ ਭਾਈ ਨੰਦ ਲਾਲ ਸਾਹਿਬ ਜੀ ਵਾਰ-ਵਾਰ ਬੇਨਤੀ ਕਰਦੇ ਹਨ ਕਿ ਸਤਿਗੁਰੂ ਜੀਓ ਮੈਨੂੰ ਅੰਮ੍ਰਿਤ ਦੀ ਦਾਤ ਦੇਵੋ, ਅੰਮ੍ਰਿਤ ਦੀ ਦਾਤ ਦੇਵੋ। ਸਮਾਂ ਆਇਆ, ਸੇਵਾ ਤੋਂ ਸਿਮਰਨ ਤੋਂ ਪ੍ਰਸੰਨ ਹੋ ਕਰਕੇ ਭਾਈ ਨੰਦ ਲਾਲ ਸਾਹਿਬ ਜੀ ਨੂੰ ਅੰਮ੍ਰਿਤ ਦੀ ਦਾਤ ਬਖਸ਼ੀ ਗਈ ਤੇ ਨਾਮ ਰੱਖਿਆ ਗਿਆ ਆਨੰਦ ਸਿੰਘ। ਕਹਿਣ ਤੋਂ ਭਾਵ ਇਹ ਹੈ ਕਿ ਜਦੋਂ ਗੁਰੂ ਘਰੋਂ ਕੋਈ ਸਿੱਖ ਪ੍ਰਚਾਰਕ ਰਾਗੀ ਸਿੰਘ ਬੇਨਤੀ ਕਰਦਾ ਹੈ ਜਾਂ ਕਿਸੇ ਨੂੰ ਆਮ ਕਰਕੇ ਆਪਾਂ ਪਰਸਨਲ ਤੌਰ ਤੇ ਆਖਦੇ ਹਾਂ ਕਿ ਤੁਸੀਂ ਅੰਮ੍ਰਿਤ ਛਕੋ, ਤੇ ਆਮ ਗੁਰਸਿੱਖਾਂ ਦਾ ਇੱਕ ਜਵਾਬ ਹੁੰਦਾ ਹੈ ਕਿ ਮਨ ਦੇ ਅੰਦਰ ਪ੍ਰੇਮ ਹੋਣਾ ਚਾਹੀਦਾ ਹੈ, ਜਿਹੜਾ ਕਕਾਰ ਪਾ ਕੇ ਕੀ ਹੋ ਜਾਣਾ ਚਾਹੀਦਾ ਹੈ। ਭਾਵ ਕਕਾਰ ਪਾ ਕੇ ਕੀ ਹੋ ਜਾਂਦਾ ਹੈ, ਮਨ ਦਾ ਜਿਹੜਾ ਸਾਫ਼ ਹੋਣਾ ਉਹ ਜ਼ਰੂਰੀ ਹੈ। ਪਰ ਇੱਕ ਆਪਾਂ ਗੱਲ ਵਿਚਾਰ ਕੇ ਵੇਖੀਏ ਕਿ ਜਿੱਥੇ ਸਾਡਾ ਪ੍ਰੇਮ ਜੁੜਿਆ ਹੁੰਦਾ ਹੈ, ਜੇ ਕੋਈ ਅਸੀਂ ਕਿਸੇ ਦੇ ਨਾਲ ਪ੍ਰੇਮ ਕਰਦੇ ਹਾਂ ਜਾਂ ਕੋਈ ਸਾਡੇ ਨਾਲ ਕੋਈ ਰਿਸ਼ਤੇਦਾਰੀ ਦੇ ਵਿੱਚ ਬਹੁਤਾ ਪ੍ਰੇਮ ਹੁੰਦਾ ਹੈ, ਉਹਦੀ ਇੱਕ ਨਿਸ਼ਾਨੀ ਹੁੰਦੀ ਹੈ ਕਿ ਆਪਾਂ ਉਸ ਦੀ ਗੱਲ ਨਹੀਂ ਮੋੜ ਸਕਦੇ। ਚਾਹੇ ਰਾਤ ਦਾ ਸਮਾਂ ਹੋਵੇ, ਚਾਹੇ ਦੁਪਹਿਰ ਦਾ ਸਮਾਂ ਹੋਵੇ, ਜੇ ਕਿਸੇ ਦੇ ਨਾਲ ਸਾਡਾ ਬਹੁਤਾ ਪ੍ਰੇਮ ਹੈ ਤੇ ਉਸ ਦੀ ਸਾਥੋਂ ਗੱਲ ਨਹੀਂ ਮੋੜੀ ਜਾ ਸਕਦੀ। ਤੇ ਜੇ ਆਪਾਂ ਇਹ ਗੱਲ ਆਖਦੇ ਹਾਂ ਕਿ ਸਾਡਾ ਸਤਿਗੁਰਾਂ ਦੇ ਨਾਲ ਬਹੁਤਾ ਪ੍ਰੇਮ ਹੈ, ਫਿਰ ਇਹ ਆਪਾਂ ਬਚਨ ਕਿਉਂ ਮੋੜ ਦਿੰਨੇ ਆ ਕਿ ਜਿਹੜਾ ਅੰਮ੍ਰਿਤ ਹੈ ਉਹ ਨਹੀਂ ਛਕਣਾ, ਅਸੀਂ ਗੁਰਬਾਣੀ ਪੜ੍ਹ ਲਵਾਂਗੇ। ਪਰ ਨਹੀਂ, ਜਿੱਥੇ ਪ੍ਰੇਮ ਹੋਵੇ ਉੱਥੇ ਅਵਲ ਤੇ ਗੱਲ ਮੋੜੀ ਜਾਂਦੀ ਹੀ ਨਹੀਂ। ਇਸ ਲਈ ਅਸੀਂ ਸਤਿਗੁਰਾਂ ਦੀ ਇਹ ਜਿਹੜੀ ਪਾਵਨ ਦਾਤ ਹੈ, ਕਿਉਂਕਿ ਇਸ ਪਾਵਨ ਅੰਮ੍ਰਿਤ ਨੂੰ ਜਿਹੜੇ ਦੇਵੀ ਦੇਵਤੇ ਹਨ ਉਹ ਵੀ ਲੋਚਦੇ ਹਨ, ਆਪਸ ਵਿੱਚ ਲੜ ਲੜ ਕੇ ਮਰ ਜਾਂਦੇ ਨੇ ਕਿ ਸਾਨੂੰ ਅੰਮ੍ਰਿਤ ਮਿਲੇ। ਪਰ ਸਤਿਗੁਰਾਂ ਨੇ ਦੇਖੋ ਸਾਡੇ ਤਾਈਂ ਪਾਵਨ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ ਹੈ। ਇਸ ਦਾਤ ਨੂੰ ਅਸੀਂ ਆਪਣੇ ਮਨ ਦੇ ਅੰਦਰ ਕਬੂਲ ਕਰਕੇ ਇਸ ਨੂੰ ਵੀ ਛਕਣਾ ਕਰੀਏ। ਇਸ ਦੇ ਨਾਲ ਸਾਡਾ ਲੋਕ ਸੁਖੀਆ ਔਰ ਪਰਲੋਕ ਸੁਹੇਲਾ ਹੋਵੇਗਾ। ਤੇ ਦੂਸਰੀ ਬੇਨਤੀ ਇਹ ਕਰੇਗਾ ਕਿ ਜਿਵੇਂ ਇਹ ਜਿਹੜੀ ਆਪਾਂ ਪਾਵਨ ਵਿਚਾਰ ਪ੍ਰਾਰੰਭ ਕੀਤੀ ਹੈ, ਇਸ ਨੂੰ ਪੁਰਾਣੇ ਜਿਹੜੇ ਗੁਰਸਿੱਖ ਸਨ ਉਹ ਆਖਦੇ ਸਨ ਅਠੋਤਰੀ ਮਾਲਾ।
ਅਠੋਤਰੀ ਮਾਲਾ ਤੋਂ ਭਾਵ ਇਹ ਹੁੰਦਾ ਹੈ ਕਿ ਜਿਵੇਂ 108 ਮਾਲਾ ਮਣਕਿਆਂ ਦੀ ਜਿਹੜੀ ਮਾਲਾ ਮੰਨੀ ਜਾਂਦੀ ਹੈ, ਕਈ 27 ਮਣਕਿਆਂ ਦੀ ਮੰਨਦੇ ਨੇ, ਕਈ 107 ਦੀ ਮੰਨਦੇ ਨੇ, ਪਰ ਚਲੋ ਬਹੁਤਾਤ ਗਿਣਤੀ ਦੇ ਅੰਦਰ 108 ਜਿਹੜੇ ਮਣਕਿਆਂ ਦੀ ਮਾਲਾ ਮੰਨੀ ਜਾਂਦੀ ਹੈ। ਤੇ ਜਦੋਂ ਕੋਈ ਗੁਰਸਿੱਖ ਪ੍ਰਚਾਰਕ ਮਾਲਾ ਦੀ ਗੱਲ ਕਰਦਾ ਹੈ ਤੇ ਉਦੋਂ ਹੀ ਸਾਡੇ ਮਨ ਦੇ ਅੰਦਰ ਕਈ ਤਰ੍ਹਾਂ ਦੀਆਂ ਵਿਚਾਰਾਂ ਆਉਂਦੀਆਂ ਨੇ ਕਿ ਇਹ ਗਿਣਤੀ ਮਿਣਤੀ ਨਹੀਂ ਕਰਨੀ ਚਾਹੀਦੀ, ਸਿੱਧਾ ਨਾਮ ਜਪਣਾ ਚਾਹੀਦਾ ਹੈ। ਪਰ ਇਸ ਦੀ ਵੀ ਇੱਕ ਜਦੋਂ ਆਪਾਂ ਵਿਵੇਕ ਬੁੱਧੀ ਦੇ ਨਾਲ ਵਿਚਾਰ ਕਰਾਂਗੇ, ਕਿਉਂਕਿ ਇੱਕ ਹੁੰਦੀ ਹੈ ਆਪਣੀ ਬੁੱਧੀ, ਇੱਕ ਹੁੰਦੀ ਹੈ ਸਤਿਗੁਰਾਂ ਵੱਲੋਂ ਬਖਸ਼ੀ ਹੋਈ ਬੁੱਧੀ। ਉਸ ਦੀ ਰਹਿਣੀ ਦੇ ਵਿੱਚ ਰਹਿ ਕੇ ਜਦੋਂ ਵਿਚਾਰ ਕਰਾਂਗੇ ਕਿ ਮਾਲਾ ਸਾਡੇ ਲਈ ਕਿਉਂ ਜ਼ਰੂਰੀ ਹੈ। ਜਿਵੇਂ ਇੱਕ ਮਨੁੱਖ ਉਹ ਹੈ ਜਿਸ ਦੀ ਉਮਰ ਹਜੇ 10-15 ਵਰ੍ਹੇ ਦੀ ਹੈ, ਦੂਸਰਾ ਮਨੁੱਖ ਉਹ ਹੈ ਜਿਸ ਦੀ ਉਮਰ 25 ਤੋਂ 30 ਸਾਲਾਂ ਦੇ ਵਿੱਚ ਹੈ। ਹਰ ਇੱਕ ਮਨੁੱਖ ਦੀਆਂ ਜਿਹੜੀਆਂ ਲੋੜਾਂ ਨੇ, ਜ਼ਰੂਰਤਾਂ ਨੇ, ਉਹ ਵੱਖਰੋ ਵੱਖਰੀਆਂ ਹੁੰਦੀਆਂ ਨੇ। ਤੇ ਉਸੇ ਤਰ੍ਹਾਂ ਹੀ ਜਿਸ ਦੀ ਉਮਰ ਹਜੇ 6 ਮਹੀਨਿਆਂ ਦੀ ਹੈ, ਉਹ ਜਿਹੜਾ ਬੱਚਾ ਹੈ ਉਸ ਨੂੰ ਤੁਰਨ ਦੇ ਲਈ ਕਿਸੇ ਸਹਾਰੇ ਦੀ ਲੋੜ ਪੈਂਦੀ ਹੈ। ਜਿਵੇਂ ਆਪਾਂ ਸ਼ਹਿਰੀ ਲੋਕ ਵੇਖਦੇ ਹਾਂ ਕਿ ਜਿਵੇਂ ਉਹ ਵਾਕਰ ਹੁੰਦੇ ਨੇ, ਉਹਨਾਂ ਦੇ ਉੱਪਰ ਬਿਠਾ ਕਰਕੇ ਬੱਚਿਆਂ ਨੂੰ ਤੋਰਿਆ ਜਾਂਦਾ ਹੈ। ਇਸੇ ਤਰ੍ਹਾਂ ਹੀ ਜਿਹੜਾ ਬੱਚਾ ਹੈ ਉਸ ਨੂੰ ਤੁਰਨ ਦੇ ਲਈ, ਅੱਗੇ ਵਧਣ ਦੇ ਲਈ ਸਹਾਰੇ ਦੀ ਲੋੜ ਪੈਂਦੀ ਹੈ। ਉਸੇ ਪ੍ਰਕਾਰ ਜਿਹੜੇ ਆਪਾਂ ਹਜੇ ਪਹਿਲੀ ਅਵਸਥਾ ਵਾਲੇ ਗੁਰਸਿੱਖ ਹਾਂ, ਸਾਨੂੰ ਵੀ ਮਾਲਾ ਦੀ ਲੋੜ ਹੈ। ਕਿਉਂਕਿ ਜਦੋਂ ਆਪਾਂ ਉਦਾਂ ਬੈਠ ਜਾਂਦੇ ਹਾਂ, ਸਾਡਾ ਮਨ ਕਿਤੇ ਦਾ ਕਿਤੇ ਦੌੜ ਜਾਂਦਾ ਹੈ। ਕਿਉਂਕਿ ਇਸ ਮਨ ਨੂੰ ਵਿਦਵਾਨਾਂ ਨੇ ਇੱਕ ਭੂਤ ਦਾ ਦਰਜਾ ਦਿੱਤਾ ਹੈ। ਕਈ ਵਿਦਵਾਨਾਂ ਦਾ ਤਾਂ ਇਹ ਵੀ ਖਿਆਲ ਹੈ ਕਿ ਦੁਨੀਆ ਦੇ ਵਿੱਚ ਜਿੰਨੀਆਂ ਵੀ ਗਤੀਆਂ ਹਨ, ਜਿੰਨੀਆਂ ਵੀ ਕੋਈ ਸਪੀਡ ਵਾਲੀਆਂ ਵਸਤੂਆਂ ਹਨ, ਵਾਹੀਕਲ ਹਨ, ਉਹਨਾਂ ਵਿੱਚੋਂ ਸਭ ਤੋਂ ਤੇਜ਼ ਰਫ਼ਤਾਰ ਜੇ ਕਿਸੇ ਦੀ ਹੈ ਤੇ ਉਹ ਹੈ ਸਾਡਾ ਮਨ, ਜਿਸ ਨੂੰ ਗੁਰਬਾਣੀ ਇਸ ਪ੍ਰਕਾਰ ਬਿਆਨ ਕਰਦੀ ਹੈ, ਕਬਹੂ ਜੀੜਾ ਊਬ ਚੜਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀੜਾ ਥਿਰ ਨਾ ਰਹਿਤ, ਚਾਰੇ ਕੁੰਡਾ ਪਾਲੇ। ਇਸ ਪ੍ਰਕਾਰ ਜਿਹੜਾ ਮਨ ਹੈ ਇਹ ਬਹੁਤ ਚੰਚਲਤਾਈ ਦੇ ਸਹਿਤ ਹੈ, ਇਸ ਨੂੰ ਕਾਬੂ ਕਰਨ ਦੇ। ਫਿਰ ਦੂਸਰੀ ਆਪਾਂ ਗੱਲ ਆਖਦੇ ਹਾਂ ਕਿ ਗਿਣਤੀ ਮਿਣਤੀ ਦੇ ਵਿੱਚ ਨਹੀਂ ਪੈਣਾ ਚਾਹੀਦਾ। ਪਰ ਜਦੋਂ ਆਪਾਂ ਆਖਦੇ ਹਾਂ ਕਿ 7 ਬਾਣੀਆਂ ਦਾ ਨਿਤਨੇਮ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ, ਇਹ ਜਿਹੜਾ 7 ਸ਼ਬਦ ਹੈ ਇਹ ਵੀ ਤਾਂ ਗਿਣਤੀ ਹੈ। ਜਾਂ ਇੱਕ ਗਿਣਤੀ ਦਾ ਮਹਾਤਮ ਕਿੰਨਾ ਕੁ ਵੱਡਾ ਹੈ। ਜਿਹੜੇ ਗੁਰਸਿੱਖਾਂ ਨੇ ਦਸਮ ਬਾਣੀ ਦਾ ਪਾਠ ਸੁਣਿਆ ਹੈ, ਪਾਠ ਕਰਦਿਆਂ ਕਰਦਿਆਂ ਮਨ ਦੇ ਅੰਦਰ ਇੱਕ ਵਿਚਾਰ ਪੈਦਾ ਹੋਈ ਕਿ ਸਤਿਗੁਰੂ ਜੀ ਇੱਕ ਪੰਕਤੀ, ਇੱਕ ਸ਼ਬਦ ਬਹੁਤ ਵਾਰ-ਵਾਰ ਲਿਖਦੇ ਨੇ। ਉਹ ਹੈ ਕਿ ਗ੍ਰੰਥ ਪੜ੍ਹਨ ਤੇ ਅਦਕ ਡਰਾਉਂ। ਤਕਰੀਬਨ ਇਹ ਬਹੁਤ ਵਾਰ ਇਹ ਪੰਕਤੀ, ਇਹ ਸ਼ਬਦ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਲਿਖੇ ਹਨ। ਤੇ ਮਨ ਦੇ ਅੰਦਰ ਬੜੇ ਚਿਰ ਤੋਂ ਇਹ ਵਿਚਾਰ ਚੱਲਦੀ ਰਹੀ ਕਿ ਸਤਿਗੁਰੂ ਜੀ ਇਹ ਪੰਕਤੀ ਵਾਰ-ਵਾਰ ਕਿਉਂ ਲਿਖਦੇ ਨੇ। ਕਿਸ ਗੱਲ ਦਾ ਡਰ ਹੈ ਸਤਿਗੁਰਾਂ ਨੂੰ, ਕਿਉਂਕਿ ਸਤਿਗੁਰੂ ਜੀ ਇੰਨੇ ਵੱਡੇ ਇਤਿਹਾਸਕਾਰ ਜਾਣੂ ਨੇ। ਉਹ ਤਾਂ ਕੋਈ ਵੀ ਗ੍ਰੰਥ, ਕਿਸੇ ਵੀ ਪ੍ਰਕਾਰ ਦੀ ਰਚਨਾ ਹੈ ਉਸ ਨੂੰ ਰਚ ਸਕਦੇ ਨੇ। ਕੋਈ ਵੀ ਇਤਿਹਾਸ ਹੈ ਉਸ ਨੂੰ ਖੋਲ ਕਰਕੇ ਲਿਖ ਸਕਦੇ ਨੇ। ਕੋਈ ਵੀ ਇਤਿਹਾਸ ਹੈ ਉਸ ਨੂੰ ਕੁਝ ਸ਼ਬਦਾਂ ਦੇ ਵਿੱਚ ਬਿਆਨ ਕਰ ਸਕਦੇ ਨੇ। ਕਿਉਂਕਿ ਜਿਹੜਾ ਇੱਕ ਕਵੀ ਹੈ ਉਸ ਦੀ ਉਪਮਾ ਦੇ ਬਚਨ ਇਹ ਕਹੇ ਜਾਂਦੇ ਹਨ ਕਿ ਜਹਾਂ ਨਾ ਪਹੁੰਚੇ ਰਵੀ ਤਹਾਂ ਪਹੁੰਚੇ ਕਵੀ, ਕਿ ਜਿੱਥੇ ਸੂਰਜ ਵੀ ਨਹੀਂ ਪਹੁੰਚ ਸਕਦਾ ਉੱਥੇ ਕਵੀ ਦੀ ਪਹੁੰਚ ਹੁੰਦੀ ਹੈ। ਤੇ ਜਦੋਂ ਆਪਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਪਾਵਨ ਰਚਨਾ ਪੜ੍ਹ ਕੇ ਵੇਖਦੇ ਹਾਂ ਤੇ ਵਾਰ-ਵਾਰ ਇਹ ਬਚਨ ਆਉਂਦੇ ਨੇ ਕਿ ਗ੍ਰੰਥ ਪੜ੍ਹਨ ਤੇ ਅਦਕ ਡਰਾਉਂ। ਵੀ ਇਹ ਕਿਉਂ ਵਾਰ-ਵਾਰ ਪੰਕਤੀ ਲਿਖੀ। ਇੱਥੇ ਹੁਣ ਗਿਣਤੀ ਦਾ ਮਹਾਤਮ ਦੱਸਿਆ ਜਾ ਰਿਹਾ ਹੈ।
ਜਦੋਂ ਆਪਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ ਵੇਖਦੇ ਹਾਂ ਤੇ ਉਹ ਹਨ 1430। ਤੇ ਜਿਹੜੇ ਸਾਹਿਬ ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ ਸਰੂਪਾਂ ਦੇ ਵਿੱਚ ਆਪਾਂ ਵੇਖਦੇ ਹਾਂ ਉਹ ਹਨ 1428। ਦੋ ਅੰਗ ਸਤਿਗੁਰਾਂ ਨੇ ਪਾਵਨ ਬਾਣੀ ਤੋਂ ਘੱਟ ਰੱਖੇ ਹਨ। ਗਿਣਤੀ ਦਾ ਵੇਖੋ ਆਪਣਾ ਕਿੰਨਾ ਮਹਾਤਮ ਹੈ। ਆਪਾਂ ਆਖਦੇ ਹਾਂ ਕਿ ਗਿਣਤੀ ਦਾ ਕੋਈ ਮਹਾਤਮ ਨਹੀਂ। ਤੇ ਉਸੇ ਪ੍ਰਕਾਰ ਹੀ ਜਦੋਂ ਆਪਾਂ ਕੋਈ ਬੱਝਵਾਂ ਨਿਤਨੇਮ ਕੋਈ ਮਾਲਾ ਦਾ ਜਾਪ ਕਰਦੇ ਹਾਂ ਤੇ ਉਹ ਸਾਡਾ ਇੱਕ ਨੇਮ ਬਣ ਜਾਂਦਾ ਹੈ, ਜਿਸ ਨੂੰ ਆਪਾਂ ਨਿਤਨੇਮ ਆਖਦੇ ਹਾਂ। ਨੇਮ ਦਾ ਅਰਥ ਹੀ ਨਿਯਮ ਹੈ, ਨੇਮ ਦਾ ਅਰਥ ਹੀ ਮਰਿਆਦਾ ਹੈ। ਇਸ ਲਈ ਜਿਹੜੀ ਇਹ ਛੋਟੀ ਬੁੱਧੀਆਂ ਦੀਆਂ ਵਿਚਾਰਾਂ ਹਨ ਕਿ ਜੇ ਕੋਈ ਸਾਨੂੰ ਅੰਮ੍ਰਿਤ ਛਕਣ ਦੇ ਲਈ ਆਖੇ ਤੇ ਅਸੀਂ ਆਖ ਦਿੰਦੇ ਹਾਂ ਕਿ ਮਨ ਸਾਫ਼ ਹੋਣਾ ਚਾਹੀਦਾ ਹੈ, ਅੰਮ੍ਰਿਤ ਛਕ ਕੇ ਕੀ ਲੈਣਾ। ਜਾਂ ਜਦੋਂ ਸਾਨੂੰ ਕੋਈ ਇਹ ਆਖੇ ਕਿ ਮਾਲਾ ਦੇ ਨਾਲ ਜਾਪ ਸ਼ੁਰੂ ਕਰੋ ਤੇ ਅਸੀਂ ਆਪਣੀ ਛੋਟੀ ਬੁੱਧੀ ਦੇ ਨਾਲ ਆਖ ਦਿੰਦੇ ਹਾਂ ਕਿ ਗਿਣਤੀਆਂ ਮਿਣਤੀਆਂ ਕੀ ਰੱਖਿਆ। ਇਸ ਲਈ ਸਤਿਗੁਰਾਂ ਦੇ ਕੋਲੋਂ ਅਸੀਂ ਵਿਵੇਕ ਬੁੱਧੀ ਦੀ ਦਾਤ ਪ੍ਰਾਪਤ ਕਰੀਏ। ਬੇਨਤੀ ਕਰੀਏ ਕਿ ਸਤਿਗੁਰੂ ਜੀਓ ਅਸੀਂ ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ ਵਾਹੇ ਗਏ ਕੀ ਲਾਜ ਆਸ ਗੋਬਿੰਦ ਦਾਸ ਤੁਹਾਰ। ਇਸ ਪ੍ਰਕਾਰ ਬੇਨਤੀਆਂ ਕਰੀਏ। ਜਦੋਂ ਅਸੀਂ ਬੇਨਤੀਆਂ ਕਰਦੇ ਹਾਂ ਫਿਰ ਸਤਿਗੁਰਾਂ ਦਾ ਕੈਸਾ ਰੂਪ ਹੁੰਦਾ ਹੈ, ਜੁਮਲਹ ਫੈਜ਼ੇ ਨੂਰ। ਸਤਿਗੁਰੂ ਜੀ तमाम ਜੀਵਾਂ ਦੇ ਉੱਪਰ ਆਪਣੀ ਮਿਹਰ ਕਰਨ ਵਾਲੇ ਹੋ ਜਾਂਦੇ ਨੇ। ਇਹ ਨਹੀਂ ਕਿ ਅਸੀਂ ਜੇ ਗੁਨਾਹਾਂ ਨੂੰ ਕਰ ਦਿੱਤਾ ਹੈ ਤੇ ਉਸ ਤੋਂ ਬਾਅਦ ਜੇ ਅਸੀਂ ਸੰਸਾਰ ਦੇ ਵਿੱਚ ਕੋਈ ਗੁਨਾਹ ਕਰਦੇ ਹਾਂ ਤੇ ਉਸ ਦੀ ਸਜ਼ਾ ਹੁੰਦੀ ਹੈ। ਪਰ ਗੁਰੂ ਦੀ ਇੱਕ ਵਡਿਆਈ ਇਹ ਵੀ ਹੈ ਕਿ ਜੇ ਅਸੀਂ ਪਾਪੀ ਵੀ ਹਾਂ, ਕਾਮੀ ਵੀ ਹਾਂ, ਕ੍ਰੋਧੀ ਵੀ ਹਾਂ, ਪਰ ਜੇ ਅਸੀਂ ਸਾਰੇ ਵਿਕਾਰਾਂ ਨੂੰ ਛੱਡ ਕਰਕੇ ਗੁਰੂ ਕੀ ਸ਼ਰਨ ਵਿੱਚ ਆ ਜਾਈਏ ਤੇ ਸਾਨੂੰ ਜਿੱਥੇ ਦੁਨੀਆ ਦੇ ਵਿੱਚ ਦਰਜਾ ਮਿਲਦਾ ਹੈ ਉੱਥੇ ਸਾਡੇ ਗੁਨਾਹ ਵੀ ਮਾਫ ਹੋ ਜਾਂਦੇ ਨੇ। ਇਸ ਲਈ ਸਤਿਗੁਰੂ ਜੀ ਸਾਰਿਆਂ ਦੇ ਉੱਪਰ ਜਿਹੜੀ ਮਿਹਰ ਹੈ ਉਸ ਨੂੰ ਕਰਨ ਵਾਲੇ ਹਨ। ਹੱਕ ਹੱਕ ਆਗਾਹ ਗੁਰ ਗੋਬਿੰਦ ਸਿੰਘ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਪਾਵਨ ਉਸਤਤੀ ਦੇ ਬਚਨ ਅੱਗੇ ਲਿਖਦੇ ਹਨ ਕਿ ਕਿਸ ਪ੍ਰਕਾਰ ਦੇ ਹਨ ਕਿ ਹੱਕ ਹੱਕ ਆਗਾਹ। ਪਹਿਲੇ ਹੱਕ ਦਾ ਅਰਥ ਹੈ ਸੱਚ ਸਰੂਪ, ਦੂਸਰੇ ਦਾ ਅਰਥ ਹੈ ਪਰਮੇਸ਼ਰ। ਕਿ ਜਿਹੜੇ ਸੱਚ ਸਰੂਪ ਪਰਮੇਸ਼ਰ ਵਾਹਿਗੁਰੂ ਜੀ ਹਨ ਉਹਨਾਂ ਨੂੰ ਜਾਣਨ ਵਾਲੇ ਹਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ। ਸ਼ਾਹੇ ਸ਼ਾਹਨਸ਼ਾਹ ਗੁਰ ਗੋਬਿੰਦ ਸਿੰਘ। ਤੇ ਜਿੰਨੇ ਵੀ ਸੰਸਾਰ ਦੇ ਵਿੱਚ ਰਾਜੇ ਮਹਾਰਾਜੇ ਹੋਏ ਨੇ ਉਹਨਾਂ ਦੇ ਵਿੱਚੋਂ ਸ਼ਹਿਨਸ਼ਾਹਾਂ ਦੇ ਵੱਡੇ ਸ਼ਹਿਨਸ਼ਾਹ ਕੌਣ ਹਨ? ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ। ਜਦੋਂ ਵੀ ਕੋਈ ਕਵੀ ਇਸ ਗੱਲ ਨੂੰ ਲਿਖਦਾ ਹੈ, ਰਚਨਾ ਨੂੰ ਉਕਰਦਾ ਹੈ ਤੇ ਉਸ ਦੇ ਮਨ ਦੇ ਅੰਦਰ ਬੜੀਆਂ ਬੜੀਆਂ ਵਿਚਾਰਾਂ ਆਉਂਦੀਆਂ ਨੇ। ਮੇਰਾ ਖਿਆਲ ਹੈ ਕਿ ਜਦੋਂ ਭਾਈ ਨੰਦ ਲਾਲ ਸਾਹਿਬ ਜੀ ਇਹ ਬਚਨ ਲਿਖ ਰਹੇ ਹੁੰਦੇ ਹੋਣਗੇ ਕਿ ਸ਼ਾਹੇ ਸ਼ਾਹਨਸ਼ਾਹ, ਕਿ ਸਤਿਗੁਰੂ ਜੀ ਸ਼ਹਿਨਸ਼ਾਹਾਂ ਦੇ ਵੀ ਸ਼ਹਿਨਸ਼ਾਹ ਹਨ, ਤੇ ਭਾਈ ਨੰਦ ਲਾਲ ਸਾਹਿਬ ਜੀ ਦੇ ਮਨ ਦੇ ਅੰਦਰ ਖਿਆਲ ਆਏ ਹੋਣਗੇ ਕਿ ਜਿਹੜੇ ਬਾਕੀ ਦੁਨੀਆ ਦੇ ਰਾਜੇ ਹਨ ਉਹ ਸਿਰਫ ਰਾਜੇ ਹੀ ਹੁੰਦੇ ਨੇ। ਕਿਉਂਕਿ ਇੱਕ ਜਿਵੇਂ ਔਰੰਗਜ਼ੇਬ ਹੈ, ਬਾਬਰ ਹੈ, ਉਹਨਾਂ ਨੇ ਸਿਰਫ ਸ਼ਹਿਨਸ਼ਾਹੀ ਕੀਤੀ ਹੈ। ਕਿਉਂਕਿ ਇੱਕ ਸ਼ਹਿਨਸ਼ਾਹ ਹੋਣ ਦੇ ਬਾਵਜੂਦ ਵੀ ਇੰਨੀ ਨਿਮਰਤਾ ਹੋਣੀ, ਇਹ ਜੇ ਕਿਸੇ ਦੇ ਹਿੱਸੇ ਆਇਆ ਹੈ ਤੇ ਉਹ ਹਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ। ਇਤਨੇ ਵੱਡੇ ਸ਼ਹਿਨਸ਼ਾਹ ਹੋਣ ਦੇ ਬਾਵਜੂਦ ਵੀ ਗੁਰਸਿੱਖਾਂ ਦੀ ਬੇਨਤੀ ਸੁਣਨ ਦੇ ਲਈ ਕਦੇ ਵੀ ਕੰਨੀ ਨਹੀਂ ਕਤਰਾਉਂਦੇ। ਇਤਨੇ ਵੱਡੇ ਬਾਦਸ਼ਾਹ ਹੋਣ ਦੇ ਬਾਵਜੂਦ ਵੀ ਇਤਨੇ ਵੱਡੇ ਦਾਨੀ ਹਨ ਕਿ ਜਦੋਂ ਕਸ਼ਮੀਰ ਦੇ ਪੰਡਤਾਂ ਨੇ ਆ ਕੇ ਬੇਨਤੀ ਕੀਤੀ
ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪਾਸ ਕਿ ਸਤਿਗੁਰੂ ਜੀਓ, ਸਾਡਾ ਜਿਹੜਾ ਧਰਮ ਹੈ ਉਹ ਨਾਸ਼ ਹੋ ਰਿਹਾ ਹੈ, ਸਾਡੇ ਧਰਮ ਦੀ ਰੱਖਿਆ ਕਰੋ। ਤੇ ਉਸ ਵੇਲੇ ਵੇਖੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਤਿਆਗ ਕਿਤਨਾ ਵੱਡਾ ਹੈ। ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਆਖਿਆ ਕਿ ਜੇ ਮੇਰੇ ਅਨਾਥ ਹੋਣ ਕਰਕੇ ਇਹਨਾਂ ਸਾਰਿਆਂ ਦੀ ਜਾਨ ਬਚਦੀ ਹੈ ਤੇ ਤੁਸੀਂ ਦਿੱਲੀ ਨੂੰ ਕੂਚ ਕਰ ਜਾਵੋ, ਦਿੱਲੀ ਜਾ ਕੇ ਆਪਣਾ ਸੀਸ ਭੇਟ ਕਰ ਦੇਵੋ। ਕਿਉਂਕਿ ਕੋਈ ਵੀ ਇੱਕ ਪੁੱਤਰ ਆਪਣੇ ਪਿਤਾ ਨੂੰ ਸ਼ਹੀਦ ਹੋਣ ਦੇ ਲਈ ਤੋਰ ਨਹੀਂ ਸਕਦਾ, ਪਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇੱਕ ਇਕਲੌਤੇ ਐਸੇ ਸੂਰਬੀਰ ਬਾਦਸ਼ਾਹ ਹਨ ਜਿਨ੍ਹਾਂ ਨੇ ਹਰ ਤਰ੍ਹਾਂ ਦੀ ਜਿਹੜੀ ਵਿਸ਼ੇਸ਼ਤਾਈ ਹੈ ਉਸ ਨੂੰ ਨਿਭਾਇਆ ਹੈ। ਉਹ ਨੀਵੇਂ ਦਰਜੇ ਤੋਂ ਲੈ ਕਰਕੇ ਉੱਪਰ ਤੱਕ, ਕਿਉਂਕਿ ਜਿਹੜੀ ਪੀੜ੍ਹੀ ਦਰ ਪੀੜ੍ਹੀ ਹੈ ਇਹ ਵੀ ਇੱਕ ਸਿਆਣਪਤਾ ਦੀ ਇੱਕ ਨਿਸ਼ਾਨੀ ਹੁੰਦੀ ਹੈ। ਜਿਸ ਪ੍ਰਕਾਰ ਜਦੋਂ ਆਪਾਂ ਮੂਲ ਮੰਤਰ ਪੜ੍ਹਦੇ ਹਾਂ ਤੇ ਸਤਿਗੁਰਾਂ ਨੇ ਦੇਖੋ ਕੈਸੀ ਸਿਆਣਪ ਵਰਤੀ ਹੈ। ਮੂਲ ਮੰਤਰ ਦੇ ਅੰਦਰ ਦੋ ਸ਼ਬਦ ਆਉਂਦੇ ਨੇ, ਨਿਰਭਉ ਔਰ ਨਿਰਵੈਰ। ਇੱਕ ਵਿਨੋਬਾ ਭਾਵੇ ਇੱਕ ਕਵੀ ਹੋਇਆ ਹੈ, ਉਸ ਨੇ ਸ੍ਰੀ ਜਪਜੀ ਸਾਹਿਬ ਜੀ ਦਾ ਟੀਕਾ ਕੀਤਾ ਹੈ ਤੇ ਉਸ ਟੀਕੇ ਦੇ ਅਗਲੇ ਬੰਨੇ ਉਸ ਕਵੀ ਨੇ ਬਚਨ ਲਿਖੇ ਹਨ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ ਮੂਲ ਮੰਤਰ ਲਿਖਦੇ ਨੇ ਤੇ ਉਸ ਵਿੱਚ ਆਮ ਜਿਹੇ ਸ਼ਬਦ ਜਿਵੇਂ ਨਿਰਭਉ ਸ਼ਬਦ ਹੈ, ਨਿਰਵੈਰ ਸ਼ਬਦ ਹੈ, ਇਹਨਾਂ ਨੂੰ ਰੱਖਿਆ ਹੈ। ਕਹਿੰਦੇ ਕਿ ਜਦੋਂ ਆਪਾਂ ਵਿਦਵਤਾ ਦੀ ਗੱਲ ਕਰਦੇ ਹਾਂ ਤੇ ਵਿਦਵਤਾ ਦੇ ਵਿੱਚ ਬੜੇ ਬੜੇ ਗਹਿਰੇ ਜਿਹੜੇ ਸ਼ਬਦ ਨੇ ਉਹਨਾਂ ਨੂੰ ਕੋਈ ਧਰਮ ਦਾ ਗੁਰੂ ਲਿਖਦਾ ਹੈ ਔਰ ਬੋਲਦਾ ਹੈ, ਪਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਕੈਸੀ ਵਿਲੱਖਣਤਾ ਹੈ ਕਿ ਜਿਨ੍ਹਾਂ ਸ਼ਬਦਾਂ ਨੂੰ ਆਮ ਜਿਹੇ ਸ਼ਬਦ ਆਖਿਆ ਜਾਂਦਾ ਹੈ ਕਿ ਇਹ ਤਾਂ ਨਿਰਵੈਰ ਹੈ, ਨਿਰਭਉ ਹੈ, ਉਹਨਾਂ ਸ਼ਬਦਾਂ ਨੂੰ ਮੂਲ ਮੰਤਰ ਦੇ ਵਿੱਚ ਰੱਖ ਕਰਕੇ ਪਰਮੇਸ਼ਰ ਦੀ ਉਸਤਤੀ ਕਰ ਦਿੱਤੀ। ਐਸੀ ਮਹਾਨ ਵਿਦਵਤਾ ਵਾਲੇ ਔਰ ਐਸੀ ਦਿਵ ਦ੍ਰਿਸ਼ਟੀ ਵਾਲੇ ਐਸੇ ਗੁਰੂ ਸਾਹਿਬਾਨ ਜੀ ਸਾਡੇ ਹਨ ਤੇ ਉਹੀ ਜਿਹੜੀ ਦਿਵ ਦ੍ਰਿਸ਼ਟੀ ਹੈ ਉਹੀ ਵਰਤਦੀ ਉਹੀ ਜੋਤ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਸ ਆਈ ਤੇ ਉਹਨਾਂ ਦੀ ਦੇਖੋ ਦਿਵ ਦ੍ਰਿਸ਼ਟੀ ਕੈਸੀ ਹੈ, ਦੇ ਲੰਮੀ ਨਜ਼ਰ ਨਿਹਾਲੀ ਹੈ। ਕਿਉਂਕਿ ਜਿਹੜਾ ਸਿਆਣਾ ਮਨੁੱਖ ਹੈ ਉਹ ਵਰਤਮਾਨ ਵਿੱਚ ਵਿਚਰਦਾ ਹੋਇਆ, ਵਰਤਮਾਨ ਦੇ ਵਿੱਚ ਕਰਮ ਕਰਦਾ ਹੋਇਆ ਆਉਣ ਵਾਲੇ ਸਮੇਂ ਦੀ ਵੀ ਫਿਕਰ ਨਾਲ ਰੱਖਦਾ ਹੈ ਕਿ ਇਸ ਦਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਇੰਜਾਮ ਹੋਵੇਗਾ। ਉਸੇ ਪ੍ਰਕਾਰ ਹੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹਨ, ਉਹਨਾਂ ਨੇ ਵੇਖਿਆ ਕਿ ਇਹ ਜਿਹੜਾ ਖਾਲਸਾ ਧਰਮ ਅਸੀਂ ਸਾਜ ਰਹੇ ਹਾਂ ਇਸ ਦੇ ਅੰਦਰ ਬੜੇ ਬੜੇ ਸੰਕਟ ਆਉਣੇ ਹਨ, ਤਾਂ ਉਸ ਵੇਲੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਗੁਰਸਿੱਖਾਂ ਨੂੰ ਹਰ ਪੱਖ ਤੋਂ ਮਜ਼ਬੂਤ ਕੀਤਾ। ਜੇ ਗੱਲ ਆਉਂਦੀ ਹੈ ਵਿਦਿਆ ਦੀ ਤੇ ਵਿਦਿਆ ਦੇ ਵਿੱਚ ਵੀ ਐਸੇ ਐਸੇ ਖਜ਼ਾਨੇ ਗੁਰਸਿੱਖਾਂ ਨੂੰ ਦਿੱਤੇ। ਭਾਈ ਨੰਦ ਲਾਲ ਸਾਹਿਬ ਵਰਗੇ ਅਰਬੀ ਫਾਰਸੀ ਦੇ ਵਿਦਵਾਨ ਇਸ ਧਰਮ ਦੇ ਵਿੱਚ ਹੋਏ, ਜਿਨ੍ਹਾਂ ਨੂੰ ਸਾਹਿਬ ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਕੁੰਜੀ ਆਖਿਆ ਜਾਂਦਾ ਹੈ। ਜਿਵੇਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜਿਹੜੀ ਕੁੰਜੀ ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ ਨੂੰ ਆਖਿਆ ਜਾਂਦਾ ਹੈ, ਉਸੇ ਪ੍ਰਕਾਰ ਹੀ ਭਾਈ ਨੰਦ ਲਾਲ ਸਾਹਿਬ ਜੀ ਦੀ ਰਚਨਾ ਨੂੰ ਸ੍ਰੀ ਦਸਮ ਗ੍ਰੰਥ ਦੀ ਜਿਹੜੀ ਕੁੰਜੀ ਦਾ ਦਰਜਾ ਦਿੱਤਾ ਜਾਂਦਾ ਹੈ। ਤੇ ਸਤਿਗੁਰੂ ਜੀ ਦੇਖੋ ਕੈਸੀ ਦਿਵ ਦ੍ਰਿਸ਼ਟੀ ਵਾਲੇ ਸਨ ਕਿ ਜਿੰਨੇ ਵੀ ਸੰਸਾਰ ਦੇ ਵਿੱਚ ਕੋਈ ਵਿਦਵਾਨ ਸਨ, ਜਿਨ੍ਹਾਂ ਨੂੰ ਕੋਈ ਪੁੱਛ ਪੜਤਾਲ ਜਿਨ੍ਹਾਂ ਦੀ ਨਹੀਂ ਕਰਦਾ ਸੀ, ਉਹਨਾਂ ਨੂੰ ਆਪਣੇ ਪਾਸ ਰੱਖ ਕਰਕੇ ਸਤਿਕਾਰ ਦਿੱਤਾ। ਕਿਉਂਕਿ ਜਿੰਨੇ ਵੀ ਕੋਈ ਰਾਜੇ ਮਹਾਰਾਜੇ ਸਨ ਉਹ ਕੀ ਕਰਦੇ ਸਨ ਕਿ ਕਵੀਆਂ ਦੇ ਕੋਲੋਂ ਆਪਣੀ ਉਸਤਤੀ ਕਰਵਾਉਂਦੇ ਸਨ
ਆਪਣੇ ਕੋਲ ਰੱਖ ਕਰਕੇ ਉਹਨਾਂ ਦੇ ਉੱਪਰ ਜ਼ੁਲਮ ਕਰਨਾ, ਉਹਨਾਂ ਨੂੰ ਮਾੜਾ ਬੋਲਣਾ, ਨਾਲੇ ਉਹਨਾਂ ਕੋਲੋਂ ਰਚਨਾ ਕਰਵਾਉਣੀ। ਪਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੀ ਕੀਤਾ ਕਿ ਉਹ ਜਿਹੜੇ 52 ਮੁੱਖ ਕਵੀ ਸਨ, ਉਹਨਾਂ ਨੂੰ ਬੜੀਆਂ ਜਿਹੜੀਆਂ ਬਖਸ਼ਿਸ਼ਾਂ ਸਨ ਉਹਨਾਂ ਦੇ ਨਾਲ ਨਿਵਾਜਿਆ। ਕਿਸੇ ਨੂੰ ਜਿਹੜਾ ਕੀਮਤੀ ਘੋੜਾ ਦਾਨ ਦੇ ਵਿੱਚ ਦਿੱਤਾ, ਕਿਸੇ ਦੀ ਕਵਿਤਾ ਤੋਂ ਖੁਸ਼ ਹੋ ਕਰਕੇ ਉਹਨਾਂ ਨੂੰ ਜਿਹੜਾ ਪ੍ਰਸਾਦੀ ਹਾਥੀ ਸੀ ਉਹ ਭੇਟ ਕਰ ਦਿੱਤਾ। ਇਸ ਪ੍ਰਕਾਰ ਸਤਿਗੁਰੂ ਜੀ ਨੇ 52 ਕਵੀਆਂ ਦੀ ਜਿਹੜੀ ਇੰਨੀ ਕਦਰੋ ਕੀਮਤ ਪਾਈ, ਤੇ ਉੱਥੇ ਉਹਨਾਂ ਨੇ ਵੀ ਰੱਜ ਕਰਕੇ ਭਾਈ ਨੰਦ ਲਾਲ ਸਾਹਿਬ ਵਰਗਿਆਂ ਨੇ ਔਰ ਹੋਰ ਜਿਹੜੇ ਬੇਅੰਤ ਕਵੀ ਸਨ, ਉਹਨਾਂ ਨੇ ਸਤਿਗੁਰਾਂ ਦੇ ਪਾਵਨ ਉਪਮਾ ਦੇ ਬਚਨ ਵੀ ਲਿਖੇ, ਔਰ ਜਿਹੜੀ ਗਹਿਰੀ ਤੋਂ ਗਹਿਰੀ ਵਿਦਿਆ ਹੈ ਉਹ ਵੀ ਗੁਰਸਿੱਖਾਂ ਦੇ ਤਾਈਂ ਪ੍ਰਦਾਨ ਕੀਤੀ। ਤੇ ਸਤਿਗੁਰਾਂ ਨੇ ਦਿਵ ਦ੍ਰਿਸ਼ਟੀ ਐਸੀ ਵੀ ਪਾਈ ਕਿ ਉੱਥੇ ਜਿੱਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਚਨਾ ਕੀਤੀ, ਉੱਥੇ ਨਾਲ ਹੀ ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਚਨਾ ਕੀਤੀ। ਕਈ ਆਖਦੇ ਹਨ ਕਿ ਦਸਮ ਗ੍ਰੰਥ ਦੇ ਅੰਦਰ ਬਹੁਤ ਚੀਜ਼ਾਂ ਫਾਲਤੂ ਲਿਖੀਆਂ ਹੋਈਆਂ ਨੇ, ਅਵਤਾਰਾਂ ਦੀ ਕਥਾ ਹੈ, ਇਸ ਦੀ ਲੋੜ ਨਹੀਂ ਸੀ। ਪਰ ਜਦੋਂ ਅਸੀਂ ਸਤਿਗੁਰਾਂ ਦੀ ਦਿਵ ਦ੍ਰਿਸ਼ਟੀ ਵੱਲ ਵੇਖਦੇ ਹਾਂ ਤੇ ਉਦੋਂ ਸਾਨੂੰ ਸਮਝ ਆਉਂਦਾ ਹੈ ਕਿ ਸਤਿਗੁਰਾਂ ਨੇ ਸਾਨੂੰ ਗੁਰਸਿੱਖਾਂ ਨੂੰ ਆਜ਼ਾਦ ਖਾਲਸਾ, ਕਿਉਂਕਿ ਖਾਲਸ ਉਹੀ ਹੈ ਜਿਹੜਾ ਕਿਸੇ ਦੇ ਅਧੀਨ ਨਾ ਹੋਵੇ, ਤੇ ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਸਤਿਗੁਰਾਂ ਨੇ ਅਵਤਾਰਾਂ ਦੀ ਕਥਾ ਤਾਂ ਲਿਖੀ ਕਿਉਂਕਿ ਪਾਵਨ ਗੁਰਬਾਣੀ ਦੇ ਵਿੱਚ ਸਿਰਫ ਟੂਕ ਮਾਤਰ ਸ਼ਬਦ ਆਉਂਦੇ ਨੇ, ਤੇ ਉਹੀ ਬਚਨਾਂ ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਖੋਲ ਕਰਕੇ ਲਿਖਣਾ ਕੀਤਾ ਹੈ। ਐਸੇ ਸਤਿਗੁਰਾਂ ਦਾ ਜਿਹੜਾ ਮਹਾਨ ਅਵਤਾਰ ਗੁਰਪੁਰਬ ਹੈ, ਇਸ ਨੂੰ ਆਪਾਂ ਜਿੱਥੇ ਸ਼ਰਧਾ ਭਾਵਨਾ ਪ੍ਰੇਮ ਸਹਿਤ ਮਨਾ ਰਹੇ ਹਾਂ, ਉੱਥੇ ਨਾਲ ਦੀ ਨਾਲ ਆਪਣਾ ਜਿਹੜਾ ਇੱਕ ਅਵਗੁਣ ਹੈ ਉਸ ਨੂੰ ਵੀ ਤਿਆਗਣਾ ਕਰੀਏ, ਕਿਉਂਕਿ ਕਿਸੇ ਵੀ ਸਮਾਗਮ ਦੀ ਆਖਰੀ ਜਿਹੜੀ ਬਖਸ਼ਿਸ਼ ਇਹੀ ਹੁੰਦੀ ਹੈ ਕਿ ਸਾਨੂੰ ਪ੍ਰਾਪਤੀ ਕੀ ਹੋਈ, ਕਿਉਂਕਿ ਜਿਹੜਾ ਪ੍ਰਸ਼ਾਦਾ ਪਾਣੀ ਹੈ ਉਹ ਤੇ ਅਸੀਂ ਹਰ ਰੋਜ਼ ਛਕਦੇ ਹੀ ਰਹਿੰਦੇ ਹਾਂ, ਤੇ ਇਸ ਲਈ ਜਿਹੜੀਆਂ ਸਾਡੀਆਂ ਕੋਈ ਮਾੜੀਆਂ ਆਦਤਾਂ ਹਨ ਉਹਨਾਂ ਵਿੱਚੋਂ ਇੱਕ ਜਿਹੜਾ ਅਵਗੁਣ ਹੈ ਉਸ ਦਾ ਤਿਆਗ ਕਰਕੇ ਸਤਿਗੁਰਾਂ ਦੀ ਸ਼ਰਨ ਵਿੱਚ ਆਣ ਕਰਕੇ ਝੁਕ ਕਰਕੇ ਬੇਨਤੀ ਕਰੀਏ ਕਿ ਸਤਿਗੁਰੂ ਜੀਓ ਅਸੀਂ ਤਾਂ ਸਗਲ ਦੁਆਰ ਕੋ ਛੱਡ ਕੇ ਗਇਓ ਤੁਹਾਰੋ ਦੁਆਰ, ਹੁਣ ਤੁਸੀਂ ਸਾਡੀ ਇਹ ਬਚਨ ਮੰਨ ਲੈਣਾ ਕਰੋ, ਬਾਹੇ ਗਏ ਕੀ ਲਾਜ ਆਸ ਗੋਬਿੰਦ ਦਾਸ ਤੁਹਾਰ। ਸਤਿਗੁਰੂ ਸਾਡੇ ਸਾਰਿਆਂ ਦੇ ਉੱਪਰ ਕਿਰਪਾ ਕਰਨ, ਸਾਨੂੰ ਐਸਾ ਪ੍ਰੇਮ ਭਰਿਆ ਜਿਹੜਾ ਉਪਦੇਸ਼ ਅਸੀਂ ਸ਼ਰਵਣ ਕੀਤਾ ਹੈ, ਅਸੀਂ ਵੀ ਸਤਿਗੁਰਾਂ ਦੀ ਉਪਮਾ ਕਰਕੇ ਨਿਮਰਤਾ ਦੇ ਸਹਿਤ ਹੋ ਕਰਕੇ ਗੁਰੂ ਕੀ ਗੁਰਬਾਣੀ ਪੜ੍ਹਨਾ ਪੜ੍ਹਾਉਣਾ ਕਰੀਏ। ਕਥਾ ਵਿਚਾਰਾਂ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਆਪ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਔਰ ਆਪ ਗੁਰੂ ਕੀਆਂ ਸੰਗਤਾਂ ਬਖਸ਼ਣ ਯੋਗ ਹਨ, ਬਖਸ਼ ਲੈਣਾ ਜੀ। ਸੋ ਹੁਣ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਹਕ ਹਕ ਆਗਾਹ ਗੁਰ ਗੋਬਿੰਦ ਸਿੰਘ, ਸ਼ਾਹੀ ਸ਼ਾਹਨਸ਼ਾਹ ਗੁਰ ਗੋਬਿੰਦ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।